ਕਿਤੇ ਤੁਹਾਡੀਆਂ ਕਵਿਤਾਵਾਂ ਜ਼ਿਆਦਾ ਤਿੱਖੀਆਂ ਸੀ ਤਾਂ ਨਹੀਂ ਕਿਤਾਬ ਛਪਵਾਈ? ਇਹ ਮੈਨੂੰ ਕੋਈ ਡਰ ਨਹੀਂ ਸੀ। ਮੇਰੀ ਇੱਕ ਕਵਿਤਾ ਸੀਗੀ ਕੋਈ ਨਵਾਂ ਕਿੱਸਾ। ਉਹ ਕਵਿਤਾ ਪੰਜਾਬੀ ਯੂਨੀਵਰਸਿਟੀ 'ਚ ਵੀ ਪੰਜਾਬ ਯੂਨੀਵਰਸਿਟੀ 'ਚ ਬੱਚਿਆਂ ਨੇ ਪੜ੍ਹ ਕੇ ਬੜੇ ਇਨਾਮ ਜਿੱਤੇ, ਗੋਲਡ ਮੈਡਲ ਜਿੱਤੇ। ਉਹ ਬਹੁਤ ਤਿੱਖੀ ਸੀ। ਪੁਆਧੀ ਅਖਾੜੇ ਨੂੰ ਲੈ ਕੇ ਹੋ ਗਿਆ, ਚਾਹੇ ਬਾਬੂ ਸਿੰਘ ਮਾਨ ਜੀ ਦੇ ਚੋਣਵੇਂ ਗੀਤਾਂ ਦੀ ਇੱਕ ਕਿਤਾਬ ਛਾਪਣ ਦਾ ਹੋ ਗਿਆ। ਰਿਸਰਚ ਵਰਕ ਕਰਨਾ ਤੁਹਾਨੂੰ ਜ਼ਿਆਦਾ ਪਸੰਦ ਹੈ ਜੀ? ਨਹੀਂ, ਕਈ ਵਾਰੀ ਗੱਲ ਤੁਹਾਡੇ ਪਸੰਦ ਦੀ ਨਹੀਂ ਹੁੰਦੀ। ਕਈ ਵਾਰੀ ਗੱਲ ਇਹ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੰਮ ਕਰਨਾ ਚਾਹੀਦਾ ਵੀ ਜੇ ਮੈਂ ਨਾ ਕੀਤਾ ਸ਼ਾਇਦ ਕੋਈ ਕਰੇ ਹੀ ਨਾ। ਸਾਹਿਤਕ ਤੰਦਾਂ Sunday 10 PM EST only on channel Just Punjabi। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਤੁਹਾਡਾ ਸਵਾਗਤ ਹੈ। ਆਸ ਕਰਦਾ ਕਿ ਠੀਕ ਠਾਕ ਹੋਵੋਗੇ, ਜ਼ਿੰਦਗੀ ਦੇ ਹਰ ਰੰਗ ਨੂੰ ਮਾਣ ਰਹੇ ਹੋਵੋਗੇ। ਤੇ ਅੱਜ ਆਪਾਂ ਜਿਹੜਾ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਜਿਹੜੇ ਰੰਗਾਂ ਨੂੰ ਮਾਣਨਾ, ਉਹਦੇ ਵਿੱਚ ਕੁਦਰਤ ਦੇ ਰੰਗ ਵੀ ਆ, ਸੱਭਿਆਚਾਰ ਦੇ ਰੰਗ ਵੀ ਨੇ, ਪਹਾੜਾਂ ਦੀ ਸੈਰ ਵੀ ਤੁਹਾਨੂੰ ਕਰਵਾਵਾਂਗੇ। ਜਿਹੜੀ ਸ਼ਖਸੀਅਤ ਅੱਜ ਸਾਡੇ ਦਰਮਿਆਨ ਪਹੁੰਚੀ ਆ ਪੱਤਰਕਾਰਤਾ ਦੇ ਵਿੱਚ, ਚਾਹੇ ਰੇਡੀਓ, ਟੈਲੀਵਿਜ਼ਨ, ਅਖਬਾਰ ਹੋਣ, ਉਹਨਾਂ ਦਾ ਇੱਕ ਲੰਬਾ ਸਫ਼ਰ ਆ, ਲੰਬਾ ਤਜਰਬਾ, ਪਰ ਉਹਦੇ ਨਾਲ ਨਾਲ ਸਾਹਿਤ ਦੇ ਵਿੱਚ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਆ। ਤੇ ਮਾਲਵੇ ਦਾ ਇਲਾਕਾ ਇੱਕ ਮਾਨਸਾ, ਮੈਂ ਤੁਹਾਨੂੰ ਦੱਸਾਂ, ਮਾਨਸੇ ਦੇ ਤੋਂ ਜਦੋਂ ਆਪਾਂ ਨੂੰ ਸਰਸੇ ਨੂੰ ਜਾਈਏ ਤਾਂ 13 ਕਿਲੋਮੀਟਰ ਦੂਰ ਤੇ 3 ਕਿਲੋਮੀਟਰ ਮੇਨ ਰੋਡ ਤੋਂ ਪਿੱਛੇ ਹਟਵਾਂ ਪਿੰਡ ਆ ਮੌਜੀਆ। ਉਸ ਪਿੰਡ ਦਾ ਜਾਇਆ ਜਿੱਥੋਂ ਮੈਂ ਖੁਦ ਨੇ ਜਰਨਲਿਜ਼ਮ ਕਰੀ ਆ। ਉਸੇ ਯੂਨੀਵਰਸਿਟੀ ਚੋਂ ਸਨ 87 ਦੇ ਵਿੱਚ ਉਹਨਾਂ ਨੇ ਜਰਨਲਿਜ਼ਮ ਕਰ ਲਈ ਸੀ ਤੇ ਜਰਨਲਿਜ਼ਮ ਦੇ ਖੇਤਰ ਵਿੱਚ ਉਹਨਾਂ ਨੇ ਆਪਣਾ ਨਾਮ ਬਹੁਤ ਵਧੀਆ ਅੱਗੇ ਬਣਾਇਆ। ਪਰ ਉਹ ਮਾਲਵੇ ਦਾ ਜੰਮਿਆ ਹੋਇਆ ਉਹ ਗੱਭਰੂ, ਉਹ ਮੁੰਡਾ, ਉਹ ਜਵਾਨ ਪੁਆਧੀ ਅਖਾੜੇ ਵਾਲੇ ਲਿਖਦਾ। ਪੁਆਧ ਦੇ ਵਿੱਚ ਬਹੁਤ ਘੱਟ ਕੰਮ ਹੋਇਆ, ਪਰ ਇਹ ਉਹਦੀ ਪ੍ਰਾਪਤੀ ਆ ਕਿ ਉਹਨੇ ਪੁਆਧੀ ਅਖਾੜੇ ਬਾਰੇ ਲਿਖਿਆ। ਇਸ ਕਿਤਾਬ ਦੇ ਵਿੱਚ ਕੀ ਖਾਸੀਅਤ ਹੈ ਇਹ ਜਾਣਾਂਗੇ। ਤੇ ਉਹਦੀਆਂ ਹੋਰ ਵੀ ਕਿਤਾਬਾਂ, ਜਿਵੇਂ ਕੁੱਲੂ ਵਾਦੀ ਵਿੱਚ 10 ਦਿਨ, ਜਿਹੜਾ ਮਾਊਂਟੇਨੀਅਰ ਵੀ ਹੈਗਾ, ਉਹਦੀ ਸ਼ਖਸੀਅਤ ਦੇ ਕਈ ਪੱਖ ਤੁਹਾਨੂੰ ਦੱਸਿਆ। ਰੰਗਮੰਚ ਨਾਲ ਵੀ ਜੁੜਿਆ ਹੋਇਆ ਤੇ ਉਹ ਇੱਕ ਰਾਈਟਰ, ਇੱਕ ਕਵੀ ਵੀ ਹੈ, ਜਿਹੜਾ ਦर्रे ਤੇ ਦਰਿਆ ਉਹਨਾਂ ਦੇ ਸੰਗ, ਉਹਨਾਂ ਦੇ ਨਾਲ ਇੱਕਮਿਕ ਹੋ ਕੇ ਕੁਦਰਤ ਦੇ ਨਜ਼ਾਰੇ ਮਾਣਦਾ। ਤੇ ਜਿਹੜਾ ਬਾਬੂ ਸਿੰਘ ਮਾਨ ਦੇ ਗੀਤਾਂ ਨੂੰ ਪੌਣੇ 300 ਪੰਨਿਆਂ, ਪੌਣੇ 300 ਗੀਤਾਂ ਨੂੰ ਇੰਨੀ ਵੱਡੀ ਕਿਤਾਬ ਦੇ ਵਿੱਚ ਸੰਪਾਦਨਾ ਦੇ ਕੇ ਉਹਨੂੰ ਸਾਂਭਦਾ, ਰਿਸਰਚ ਦਾ ਕੰਮ ਵੀ ਕਰਦਾ। ਸੋ ਮੇਰੀ ਮੁਰਾਦ ਪ੍ਰੀਤਮ ਸਿੰਘ ਰੁਪਾਲ ਸਰ, ਸਵਾਗਤ ਹੈ ਪ੍ਰੋਗਰਾਮ ਸਾਹਿਤਕ ਤੰਦਾਂ 'ਚ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ। ਤੁਹਾਡੇ ਬਾਰੇ ਮੈਂ ਕਾਫੀ ਕੁਝ ਦੱਸਿਆ। ਇਹ ਤਾਂ ਮੈਂ ਅਕਸਰ ਹਰ ਇੱਕ ਜੋ ਵੀ ਸਾਹਿਤਕਾਰ ਸਾਡੇ ਦਰਮਿਆਨ ਪਹੁੰਚਦਾ ਉਹਨੂੰ ਮੈਂ ਸਵਾਲ ਕਰਦਾ ਹੁੰਦਾ ਵੀ ਮੈਂ ਤਾਂ ਤੁਹਾਡੇ ਬਾਰੇ ਦੱਸਤਾ ਵੀ ਇਹ ਤੁਹਾਡੀ ਰਚਨਾ ਹੈਗੀ ਆ, ਇਹ ਤੁਹਾਡੀ ਸਿਰਜਣਾ। ਹੁਣ ਇਹ ਬਾਹਰੀ ਕਹਿ ਲਓ ਵੀ ਆਪਣੇ ਬਾਰੇ ਜਾਣਨਾ ਹੋ ਗਿਆ ਵੀ ਤੁਸੀਂ ਆਹ ਕੰਮ ਕਰਿਆ, ਇੰਨਾ ਪੜ੍ਹੇ ਹੋ, ਇੰਨੇ ਲੰਬੇ ਸਮੇਂ ਤੋਂ ਤੁਸੀਂ ਇਸ ਫੀਲਡ 'ਚ ਕੰਮ ਕੀਤਾ, ਆਪਦੇ ਇੰਨੇ ਸਾਲ ਇਸ ਫੀਲਡ ਨੂੰ ਦਿੱਤੇ ਆ। ਉਹ ਤੁਹਾਡੀ ਪਰਸਨੈਲਿਟੀ ਦੀਆਂ ਬਾਹਰੀ ਵਾਲੀਆਂ ਚੀਜ਼ਾਂ ਜਿਹੜੀਆਂ ਦਿਖਦੀਆਂ ਨੇ ਲੋਕਾਂ ਨੂੰ। ਹੁਣ ਮੇਰਾ ਇੱਕ ਛੋਟਾ ਜਿਹਾ ਸਵਾਲ ਆ, ਤੁਸੀਂ ਆਪਣੇ ਮੂੰਹੋਂ ਦੱਸੋ ਪ੍ਰੀਤਮ ਸਿੰਘ ਰੁਪਾਲ ਕੌਣ ਆ? ਅਦਬ ਜੀ, ਅਸਲ ਦੇ ਵਿੱਚ ਇਹ ਸਵਾਲ ਭਾਵੇਂ ਤੁਸੀਂ ਛੋਟਾ ਜਿਹਾ ਕਹਿੰਦੇ ਹੋ, ਪਰ ਇਹ ਔਖਾ ਬਹੁਤ ਹੈ ਇਹਦਾ ਜਵਾਬ ਦੇਣਾ। ਪੰਜਾਬੀ ਦਾ ਇੱਕ ਮੁਹਾਵਰਾ ਹੈ ਨਾ, ਆਪਣਾ ਸਿਰ ਆਪੇ ਗੁੰਦਣਾ। ਇਹ ਉੱਦਾਂ ਦੀ ਗੱਲ ਹੈ ਕਿ ਆਪਣਾ ਸਿਰ ਆਪੇ ਗੁੰਦਣ ਵਾਲੀ ਗੱਲ ਜਾਂ ਆਪਣੇ ਮੂੰਹੋਂ ਆਪਣੀ ਗੱਲ ਕਹਿਣੀ, ਇਹ ਬਹੁਤ ਔਖੀ ਲੱਗਦੀ ਹੈ। ਸਾਡੇ ਸਿਆਸੀ ਲੀਡਰ ਤਾਂ ਕਹਿ ਸਕਦੇ ਆ ਇਹ ਗੱਲ, ਉਹ ਵੱਡਾ ਚੜਾ ਕੇ ਵੀ ਕਹਿ ਸਕਦੇ ਆ। ਤੇ ਉੱਪਰੋਂ ਜੇ ਤੁਹਾਡੇ ਵਰਗਾ ਇਨਸਾਨ ਹੋਵੇ, ਥੋੜਾ ਜਿਹਾ ਨਿਮਰ ਹੋਵੇ, ਥੋੜਾ ਜਿਹਾ ਸੰਗਾਊ ਹੋਵੇ, ਤਾਂ ਉਹਦੇ ਲਈ ਹੋਰ ਵੀ ਔਖਾ ਹੋ ਜਾਂਦਾ। ਹਾਂ, ਇਹ ਬੜਾ ਮੁਸ਼ਕਲ ਹੈ। ਚਲੋ ਤੁਸੀਂ ਦੱਸ ਹੀ ਦਿੱਤਾ, ਮੇਰਾ ਪਿੰਡ ਮੌਜੀ ਹੈ। ਪ੍ਰਾਇਮਰੀ ਦੀ ਮੈਂ ਉੱਥੋਂ ਆਪਣੀ ਜਿਹੜੀ ਸੀ ਵਿੱਦਿਆ ਲਈ। ਫਿਰ ਮੈਂ ਨੇੜਲੇ ਪਿੰਡ ਨੰਗਲ ਕਲਾਂ, ਉੱਥੋਂ ਮੈਂ ਆਪਣੀ 8ਵੀਂ ਤੱਕ ਦੀ ਵਿੱਦਿਆ ਲਈ, ਮਿਡਲ ਦੀ ਜੀ। ਉਸ ਤੋਂ ਬਾਅਦ ਮਾਨਸਾ, ਮੇਰੀ ਸਾਰੀ ਸਟੱਡੀ ਮਾਨਸਾ ਦੀ ਹੈ। ਮੈਂ 11ਵੀਂ ਵੀ ਉੱਥੋਂ ਕੀਤੀ। ਫਿਰ ਮੈਂ ਗ੍ਰੈਜੂਏਸ਼ਨ ਵੀ ਮਾਨਸਾ ਨਹਿਰੂ ਮੈਮੋਰੀਅਲ ਕਾਲਜ ਤੋਂ ਕੀਤੀ। ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ। ਅਤੇ ਕਿਉਂਕਿ ਉਹ ਇੱਕ ਤੁਹਾਡੀ ਜ਼ਿੰਦਗੀ ਦਾ ਜਿਹੜਾ ਬਹੁਤ ਸੁਨਹਿਰੀ, ਜਿਹੜਾ ਆਪਾਂ ਕਹਿੰਦੇ ਹਾਂ ਸਮਾਂ, ਸੁਨਹਿਰੀ ਕਾਲ ਜਿਹਨੂੰ ਆਪਾਂ ਕਹਿੰਦੇ ਹਾਂ, ਅੰਮ੍ਰਿਤ ਕਾਲ, ਜਿਹੜਾ ਤੁਹਾਡੀ ਜ਼ਿੰਦਗੀ ਦਾ ਅਸਲ 'ਚ ਉਹੀ ਹੁੰਦਾ। ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਹੋਰ ਕਿਸਮ ਦਾ ਮਾਹੌਲ ਹੁੰਦਾ। ਹਾਲਾਂਕਿ ਯੂਨੀਵਰਸਿਟੀ ਦੇ ਮਾਹੌਲ ਨੂੰ ਬਹੁਤ ਵਧੀਆ ਤਰੀਕੇ ਨਾਲ ਮਾਣਦੇ ਆ ਲੋਕ, ਲਿਖਦੇ ਵੀ ਆ, ਜਿਨ੍ਹਾਂ ਨੇ ਸਵੈ ਜੀਵਨੀਆਂ ਆਪਣੇ ਲੇਖਕਾਂ ਨੇ ਲਿਖੀਆਂ ਨੇ, ਅਤੇ ਉਹ ਸਭ ਤੋਂ ਵਧੀਆ ਉਸ ਪੀਰੀਅਡ ਨੂੰ ਉਹ ਮੰਨਦੇ ਆ। ਅਤੇ ਪਰ ਉੱਥੇ ਥੋੜ੍ਹੀ ਜਿਹੀ ਮੈਚਿਓਰਿਟੀ ਜਿਹੜੀ ਹੈ ਜੀ ਉਹ ਆ ਜਾਂਦੀ ਹੈ ਤੁਹਾਡੇ ਅੰਦਰ। ਅਤੇ ਜਿਹੜਾ ਇਨੋਸੈਂਸ ਤੁਹਾਡੀ ਕਾਲਜ ਦੇ ਵੇਲੇ ਹੁੰਦੀ ਹੈ, ਸਕੂਲਾਂ ਦੇ ਵਿੱਚ, ਕਿਉਂਕਿ ਸਾਡੇ ਵੇਲੇ ਹੁਣ ਮਾਹੌਲ ਪਤਾ ਨਹੀਂ ਕਿੱਦਾਂ ਦਾ। ਸਾਡੇ ਵੇਲੇ ਸਕੂਲਾਂ ਦੇ ਵਿੱਚ ਥੋੜ੍ਹਾ ਜਿਹਾ ਡਰ ਵਾਲਾ ਜਿਹੜਾ ਮਾਹੌਲ ਹੁੰਦਾ ਸੀ। ਟੀਚਰ ਦੀ ਜਿਵੇਂ
ਤੁਸੀਂ ਥਾਣੇ ਲਿਜਾ ਕੇ ਕਿਸੇ ਨੂੰ ਬਿਠਾਤਾ, ਇਦਾਂ ਹੀ ਕਈ ਵਾਰੀ ਮਹਿਸੂਸ ਹੁੰਦਾ ਸੀਗਾ। ਤੇ ਅਦੋਂ ਜੀ ਇਹਦੇ 'ਚ ਇਹ ਹੈ ਕਿ ਮੇਰਾ ਚਲੋ ਮੈਂ ਯੂਨੀਵਰਸਿਟੀ ਤੱਕ ਪੜ੍ਹਿਆ, ਉੱਥੋਂ ਜਰਨਲਿਜ਼ਮ ਦੀ ਪੜ੍ਹਾਈ ਕੀਤੀ, ਪੰਜਾਬੀ ਦੀ MA ਕੀਤੀ, ਪਰ ਮੇਰਾ ਜਿਹੜਾ ਕੋ-ਕਰਿਕੂਲਰ ਜਿਹੜੀ ਐਕਟੀਵਿਟੀ ਹੈ ਜਿਹੜੀ ਆਪਣੀ, ਜਿਹੜੀਆਂ ਪਾਠਕ੍ਰਮ ਦੇ ਨਾਲ ਜਿਹੜੀਆਂ ਸਿਲੇਬਸ ਦੇ ਨਾਲ ਦੂਜੀਆਂ ਜਿਹੜੀਆਂ ਐਕਟੀਵਿਟੀ ਹੈ, ਉਹਦੇ 'ਚ ਮੈਂ ਕੋ-ਕਰਿਕੂਲਰ ਜਿਹੜੀ ਐਕਟੀਵਿਟੀ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਰਿਹਾ। ਸਕੂਲ ਵੇਲੇ ਤੋਂ NCC ਹੋਵੇ, ਭਾਵੇਂ NSS ਹੋਵੇ, ਜਾਂ ਦੇ ਵਿੱਚ ਯੂਥ ਲੀਡਰਸ਼ਿਪ, ਹੋਰ ਰੰਗਮੰਚ ਹੋਵੇ, ਥੀਏਟਰ ਹੋਵੇ, ਜਾਂ ਯੂਥ ਫੈਸਟੀਵਲਾਂ ਦੇ ਵਿੱਚ ਹਿੱਸਾ ਲੈਣ ਦੀ ਗੱਲ ਹੋਵੇ। ਸੋ ਇਹ ਮੈਂ ਸਮਝਦਾ ਕਿ ਇੱਕ ਸੀ ਜਿੱਥੋਂ ਤੁਹਾਨੂੰ ਐਕਸਪੋਜ਼ਰ ਮਿਲਿਆ ਜੀ। ਕਿਉਂਕਿ ਆਮ ਮੇਰੇ ਨਾਲ ਦੇ ਹੁਣ ਯਾਦ ਵੀ ਨਹੀਂ, ਅਸੀਂ ਕਿੰਨੇ ਇੱਕ ਜਮਾਤ ਦੇ ਵਿੱਚ 60-70 ਵਿਦਿਆਰਥੀ ਸੀ ਕਾਲਜ ਵੇਲੇ ਵੀ, ਤੇ ਹੁਣ ਗਿਣਤੀ ਦੇ ਨੇ ਜਿਹੜੇ ਟਿਪਸ ਦੇ ਉੱਤੇ ਨੇ, ਜੇ ਤੁਸੀਂ ਗਿਣ ਸਕਦੇ ਹੋ ਵੀ ਆਹ ਤੁਹਾਡੇ ਜਿਹੜੇ ਦੋਸਤ ਨੇ ਇੱਥੇ ਨੇ, ਉਹੀ ਨੇ ਜਿਹੜੇ ਇਹਨਾਂ ਐਕਟੀਵਿਟੀ 'ਚ ਹਿੱਸਾ ਲਏ। ਕੋਈ ਜ਼ਿਆਦਾ ਪੜ੍ਹ ਲਿਖ ਕੇ ਕੋਈ ਅਫਸਰ ਬਣ ਗਏ, ਕੋਈ ਪੁਲਿਸ ਦੇ ਵਿੱਚ ਚਲੇ ਗਏ, ਕੋਈ ਜਿਹੜੇ ਜਾ ਕੇ ਆਪਣੀਆਂ ਦੁਕਾਨਾਂ 'ਤੇ ਬਹਿ ਗਏ ਜਾਂ ਹੋਰ, ਉਹ ਹੁਣ ਵਿਸਰ ਗਏ ਤੁਹਾਡੇ ਕੋਲੋਂ। ਸੋ ਉਸ ਤੋਂ ਬਾਅਦ ਮੇਰਾ ਜਦੋਂ ਉਸ ਤੋਂ ਅੱਗੇ ਇੱਕ ਹੁੰਦਾ ਨਾ ਜੀ, ਜਦੋਂ ਸਾਡੇ ਵੇਲੇ ਤਾਂ ਖੈਰ ਇਹ ਹੁੰਦਾ ਨਹੀਂ ਸੀ ਕਿ ਤੁਸੀਂ ਆਪਣਾ ਕਰੀਅਰ ਵੱਲ ਜ਼ਿਆਦਾ ਧਿਆਨ ਦੇਣਾ ਹੈ ਜਾਂ ਹੋਰ ਹੈ, ਕਿਉਂਕਿ ਮੈਨੂੰ ਯਾਦ ਆ ਅਸੀਂ ਕਾਲਜ 'ਚ ਪੜ੍ਹਦੇ ਸੀ, ਅਸੀਂ ਵਿਦਿਆਰਥੀ ਜਥੇਬੰਦੀ 'ਚ ਵੀ ਸਰਗਰਮ ਸੀ, ਤੇ ਉਦੋਂ ਜੇ ਕੋਈ ਇਦਾਂ ਦੀ ਗੱਲ ਕਰਦਾ ਕਿ ਕਿਤੇ ਨੌਕਰੀਆਂ ਨਿਕਲੀਆਂ ਨੇ, ਤੇ ਉਹਨੂੰ ਕਹਿੰਦੇ ਸੀ ਤੂੰ ਤਾਂ ਯਾਰ ਕਰੀਅਰਿਸਟ ਹੈਗਾ, ਤੇ ਇਦਾਂ ਦਾ ਇੱਕ ਮਿਹਣਾ ਮੰਨਿਆ ਜਾਂਦਾ ਸੀ ਨੌਕਰੀ ਵੱਲ ਭੱਜ ਨੱਠ ਕਰਨ ਨੂੰ ਜਾਂ ਹੋਰ ਹੈ। ਤਾਂ ਇਹ ਵੀ ਸਮਝ ਲਓ ਕਿ ਇੱਕ ਸਬੱਬ ਦੀ ਗੱਲ ਸੀ, ਨੌਕਰੀ ਵੱਲ ਜਾਣਾ ਹੀ ਸੀ, ਕਿਉਂਕਿ ਜਦੋਂ ਤੁਸੀਂ ਛੋਟੀ ਕਿਸਾਨੀ ਦੇ ਵਿੱਚੋਂ ਜਾਂ ਨਿਮਨ ਮੱਧ ਵਰਗ ਦੇ ਵਿੱਚੋਂ ਆਉਂਦੇ ਹੋ, ਤੇ ਤੁਹਾਨੂੰ ਪਤਾ ਹੈ ਕਿ ਸਾਡੀ ਜ਼ਮੀਨ ਤੋਂ ਜਾਂ ਹੋਰ ਸਾਡੇ ਕੋਲ ਬਿਜ਼ਨਸ ਨਹੀਂ ਇੰਨਾ, ਜਿਹੜਾ ਅਸੀਂ ਨਹੀਂ ਅੱਗੇ ਕਮਾ ਕੇ ਜਿਹੜਾ ਹੈਗਾ ਆਪਣੀ ਉਪਜੀਵਕਾ ਦਾ ਕਰ ਸਕਦੇ ਪ੍ਰਬੰਧ। ਪੱਤਰਕਾਰਤਾ ਵੱਲ ਆਉਣਾ ਤਾਂ ਚਲੋ ਉਹ ਕਹਿ ਲਓ ਵੀ ਆਪਾਂ ਨੂੰ ਚਾਹੀਦਾ ਹੁੰਦਾ, ਰੁਜ਼ਗਾਰ ਚਾਹੀਦਾ ਹੁੰਦਾ, ਉਹ ਚੀਜ਼ ਕਰਕੇ ਤੁਸੀਂ ਆਏ ਹੈ ਨਾ। ਪਰ ਸਾਹਿਤ ਵਾਲੇ ਪਾਸੇ ਆਉਣ ਦੀ ਵਿਧ ਕਿਹੜੀ ਬਣੀ? ਸਾਹਿਤ ਵਾਲੇ ਪਾਸੇ ਇਹ ਹੈ ਜੀ, ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ, ਉਦੋਂ ਮੈਂ ਸਾਡੇ ਕਾਲਜ ਦਾ ਇੱਕ ਮੈਗਜ਼ੀਨ ਹੈ ਜਿਹੜਾ ਹਰ ਸਾਲ ਸਾਰੇ ਕਾਲਜਾਂ ਵਾਲੇ ਇੱਕ ਜਿਹੜਾ ਆਪਣਾ ਜਰਨਲ ਉਹਨਾਂ ਦਾ ਛਪਦਾ ਹੈ, ਹਾਂਜੀ, ਦਾ ਆਈਡੀਅਲ ਉਹਦਾ ਨਾਂ ਸੀਗਾ। ਠੀਕ ਹੈ ਜੀ। ਤੇ ਉਹਦਾ ਮੈਂ ਪੰਜਾਬੀ ਸੈਕਸ਼ਨ ਦਾ ਇੱਕ ਵਾਰ ਮੈਂ ਸੰਪਾਦਕ ਰਿਹਾ ਜੀ, ਤੇ ਇੱਕ ਵਾਰ ਆਰਟ ਐਂਡ ਕਲਚਰ ਸੈਕਸ਼ਨ ਦਾ ਸੰਪਾਦਕ ਰਿਹਾ। ਤੇ ਕਿਉਂਕਿ ਉਦੋਂ ਜਦੋਂ ਸੰਪਾਦਕ ਦੀ ਚੋਣ ਇੱਦਾਂ ਹੁੰਦੀ ਸੀ, ਤਾਂ ਕਹਿੰਦੇ ਸੀ ਕੁਛ ਲਿਖ ਕੇ ਲੈ ਕੇ ਆਓ, ਜਿਹਦੀ ਰਚਨਾ ਚੰਗੀ ਲੱਗਦੀ ਸੀ ਉਹ ਛਾਪਣੀ ਵੀ ਹੁੰਦੀ ਸੀ, ਉਸੇ ਨੂੰ ਵਿਦਿਆਰਥੀ ਸੰਪਾਦਕ ਬਣਾ ਦਿੰਦੇ ਸੀ। ਤੇ ਉਦੋਂ ਤੋਂ ਫਿਰ ਮੈਨੂੰ ਜਿਹੜਾ ਇਹਦਾ ਥੋੜ੍ਹਾ ਜਿਹਾ ਲਗਨ ਸ਼ੁਰੂ ਹੋਇਆ, ਪਹਿਲਾਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਅਸਲ ਵਿੱਚ ਮੈਂ ਸਭ ਤੋਂ ਪਹਿਲਾਂ ਆਰਟੀਕਲ ਜਿਹੜੇ ਸਾਡੇ ਪਰਮਵੀਰ ਚੱਕਰ ਵਿਜੇਤਾ ਨਿਰਮਲਜੀਤ ਸਿੰਘ ਸੇਖੋਂ ਸਾਡੇ ਹੋਏ ਸੀ, ਜਿਹੜੇ ਫਲਾਇੰਗ ਅਫਸਰ ਸੀਗੇ, ਤੇ ਜਿਹੜੇ ਸ਼ਹੀਦ ਹੋ ਗਏ ਸੀ 1971 ਦੀ ਲੜਾਈ ਦੇ ਵਿੱਚ, ਉਹਨਾਂ ਬਾਰੇ ਆਰਟੀਕਲ ਲਿਖਿਆ ਮੈਂ। ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ, ਫਿਰ ਕਹਾਣੀਆਂ, ਫਿਰ ਪੋਇਟਰੀ ਮੈਂ ਕਾਫੀ ਲਿਖੀ, ਮਤਲਬ ਕਿ 70-80 ਦੇ ਜਿਹੜੀਆਂ ਕਰੀਬ ਮੇਰੀਆਂ ਕਵਿਤਾਵਾਂ ਜਿਹੜੀਆਂ ਸਮਕਾਲੀ ਜਿਹੜੇ ਮੈਗਜ਼ੀਨ ਸੀ, ਵੱਡੇ ਮੈਗਜ਼ੀਨ ਸੀ ਜਿਹੜੇ, ਮਤਲਬ ਕਿ RC, ਨਾਗਮਣੀ, ਲੋ, ਅੱਖਰ ਵਰਗੇ, ਪ੍ਰੀਤ ਲੜੀ ਵਰਗੇ, ਗੁਰਸ਼ਨ ਭਾਜੀ ਇੱਕ ਛਾਪਦੇ ਸੀਗੇ ਸਮਤਾ ਕਰਕੇ, ਉਹਨਾਂ ਦੇ ਵਿੱਚ ਛਪਦੀਆਂ ਰਹੀਆਂ, ਤੇ ਪਰ ਮੈਂ ਕਿਤਾਬ ਨਹੀਂ ਕਦੇ ਛਪਾਈ। ਨਹੀਂ, ਕੀ ਚੱਕਰ ਕੀ ਬਣਿਆ, ਤੁਸੀਂ ਕਿਤਾਬ ਕਾਹਤੋਂ ਨਹੀਂ ਛਪਵਾਈ ਪੋਇਟਰੀ ਦੀ? ਇੱਕ ਤਾਂ ਇਹ ਹੁੰਦਾ ਸੀ ਕਿ ਮੈਨੂੰ ਇਹ ਲੱਗਿਆ ਕਿ ਜਦੋਂ ਮੈਂ ਲਿਖਦਾ ਸੀ ਉਦੋਂ ਮੈਥੋਂ ਪਹਿਲਾਂ ਬਹੁਤ ਅੱਛੀਆਂ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਸੀ। ਮੈਂ ਜਦੋਂ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦਾ ਸੀ, ਪ੍ਰੋਫੈਸਰ ਮੋਹਨ ਸਿੰਘ ਨੂੰ ਪੜ੍ਹਦਾ ਸੀ, ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਦਾ ਸੀ, ਪਾਸ਼ ਨੂੰ ਪੜ੍ਹਦਾ ਸੀ, ਸੰਤ ਰਾਮਦਾਸੀ ਨੂੰ ਪੜ੍ਹਦਾ ਸੀ, ਮੈਨੂੰ ਇਹ ਲੱਗਦਾ ਸੀ ਕਿ ਮੇਰੀ ਕਵਿਤਾ ਉਹਦੇ ਨਾਲ ਬੌਣੀ ਹੈ। ਤੇ ਫਿਰ ਜਦੋਂ ਸੁਰਜੀਤ ਪਾਤਰ ਹੋਰਾਂ ਦੇ ਜਾਂ ਆਪਣਾ ਪਰਮਿੰਦਰਜੀਤ, ਇਹ ਜਿਹੜੀ ਪੋਇਟਰੀ ਦੇ ਨਵੇਂ ਬੰਦੇ, ਗੁਰਤੇਜ ਕੁਹਾਰ ਵਾਲਾ ਜਾਂ ਹੋਰ, ਇਹ ਸਾਰੇ ਜਦੋਂ ਆਏ, ਫਿਰ ਮੈਨੂੰ ਇਹ ਲੱਗਿਆ ਕਿ ਬਹੁਤ ਕਮਾਲ ਦਾ ਲਿਖਦੇ ਆ, ਤੇ ਵੀ ਮੈਂ ਕਿਉਂ ਲਿਖਾਂ ਜਾਂ ਮੈਂ ਕਿਉਂ ਛਪਵਾਵਾਂ। ਨਹੀਂ, ਜੇ ਦੂਜੇ ਕਮਾਲ ਦਾ ਲਿਖਿਆ, ਜਿਹੜੀਆਂ ਤੁਹਾਡੀਆਂ ਲਿਖਤਾਂ ਹੈਗੀਆਂ, ਫਿਰ ਤੁਸੀਂ ਉਹ ਕਿਤੇ ਕਾਹਤੋਂ ਨਹੀਂ ਛਪਵਾਈਆਂ? ਉਹ ਫਿਰ ਇਹੀ ਹੋ ਗਿਆ ਮੈਨੂੰ ਵੀ ਚਲੋ, ਕਿਉਂਕਿ ਪੋਇਟਰੀ ਦੇ ਰੀਡਰ ਪਹਿਲਾਂ ਹੀ ਬਹੁਤ ਘੱਟ ਨੇ। ਤੁਸੀਂ ਨਾਲੇ ਆਪ ਮੈਨੂੰ ਚਲੋ ਆਫ ਦਾ ਰਿਕਾਰਡ ਤੁਸੀਂ ਦੱਸਿਆ ਵੀ ਤੁਹਾਡੀਆਂ ਕਵਿਤਾਵਾਂ ਤੋਂ ਬੱਚੇ ਵੀ ਕਹਿ ਲਓ ਵੀ ਬੜੇ ਨਾਮ ਜਿੱਤਦੇ ਰਹੇ ਸਟੇਜਾਂ 'ਤੇ ਬੋਲ ਕੇ। ਨਹੀਂ, ਇਹ ਬਿਲਕੁਲ ਗੱਲ ਇਹ ਹੈ ਕਿ ਉਸ ਵੇਲੇ ਇੱਕ ਦੌਰ ਇਹੋ ਜਿਹਾ ਸੀ, ਤਿੱਖੀ ਕਵਿਤਾ ਲਿਖਣ ਦਾ ਦੌਰ ਸੀ। ਤੇ ਮੈਨੂੰ ਯਾਦ ਹੈ ਇੱਕ ਵਾਰੀ ਡਾਕਟਰ ਸਤਿੰਦਰ ਸਿੰਘ ਨੂਰ ਹੋਰਾਂ ਨੇ ਕਮੈਂਟ ਕੀਤਾ ਮੇਰੀ ਕਵਿਤਾ ਦੇ ਉੱਪਰ, ਮੈਂ ਦਿੱਲੀ ਪੜ੍ਹੀ ਉੱਥੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵਿੱਚ, ਕਿ ਤੇਰੀ ਜਿਹੜੀ ਪੋਇਟਰੀ ਹੈ ਪਾਸ਼ ਤੋਂ ਬਹੁਤ ਪ੍ਰਭਾਵਿਤ ਹੈ। ਮੈਂ ਕਿਹਾ ਮੈਂ ਪਾਸ਼ ਨੂੰ ਪੜ੍ਹਿਆ, ਪਰ ਮੈਂ ਉਦੋਂ ਜ਼ਮਾਨਾ ਹੋਰ ਸੀ, ਜਾਂ ਇਹ ਸੀ ਉਦੋਂ ਮੇਰੀ ਨਾਗਮਣੀ ਦੇ ਵਿੱਚ ਨਵੀਂ ਕਵਿਤਾ ਛਪੀ ਸੀ, ਅੰਨੀ ਗਲੀ ਦੇ ਪਹਿਰੂ, ਤੇ ਜਿਹੜਾ ਹੁਣ ਪਦਾਰਥਵਾਦ ਦਾ ਯੁੱਗ, ਜਾਂ ਜਿਹਨੂੰ ਆਪਾਂ ਇਹ ਕਹਿ ਰਹੇ ਨੇ ਕਿ ਹੁਣ ਨਵਾਂ ਜਿਹੜਾ ਤਰੀਕਾ ਜਾਂ ਆ ਰਿਹਾ, ਹਾਂ, ਨਿਊ ਵਰਡ ਜਾਂ ਹੋਰ, ਉਹਨੂੰ ਦੇਖ ਕੇ ਲਿਖੀ ਸੀ ਵੀ ਕਿ ਅਸੀਂ ਕਿੱਥੇ ਰਹਿ ਗਏ ਹਾਂ। ਤੇ
ਉਹ ਕਿਤੇ ਤੁਹਾਡੀਆਂ ਕਵਿਤਾਵਾਂ ਜ਼ਿਆਦਾ ਤਿੱਖੀਆਂ ਸੀ ਤਾਂ ਨਹੀਂ ਕਿਤਾਬ ਛਪਵਾਈ? ਨਹੀਂ, ਇਹ ਮੈਨੂੰ ਕੋਈ ਡਰ ਨਹੀਂ ਸੀ। ਮੈਂ ਤਾਂ ਮੈਨੂੰ ਯਾਦ ਹੈ ਮੇਰੀ ਇੱਕ ਕਵਿਤਾ ਸੀਗੀ, ਉਹ ਸੀਗੀ ਕੋਈ ਨਵਾਂ ਕਿੱਸਾ। ਉਹ ਕਵਿਤਾ ਪੰਜਾਬੀ ਯੂਨੀਵਰਸਿਟੀ 'ਚ ਵੀ, ਪੰਜਾਬ ਯੂਨੀਵਰਸਿਟੀ 'ਚ ਬੱਚਿਆਂ ਨੇ ਪੜ੍ਹ ਕੇ ਬੜੇ ਇਨਾਮ ਜਿੱਤੇ, ਗੋਲਡ ਮੈਡਲ ਜਿੱਤੇ, ਤੇ ਉਹ ਬਹੁਤ ਤਿੱਖੀ ਸੀ। ਕਈ ਵਾਰੀ ਮੈਨੂੰ ਪੁੱਛਦੇ ਵੀ ਸੀ। ਜਿਹਦੀ ਮੈਂ ਨਾਗਮਣੀ ਵਾਲੀ ਦੀ ਗੱਲ ਕਰਦਾ, ਉਹਦੇ ਵਿੱਚ ਇਹ ਸੀ ਕਿ ਜਿਹੜਾ ਬੰਦਾ ਜਿਹੜਾ ਹੈ ਇੰਨਾ ਪੜ੍ਹ ਲਿਖ ਕੇ ਇੰਨਾ ਸਿਆਣਾ ਹੋਣ ਦੇ ਬਾਵਜੂਦ ਹੁਣ ਨਵੇਂ ਯੁੱਗ ਦੇ ਵਿੱਚ ਉਹ ਕਿਵੇਂ ਜਿਹੜਾ ਸੀ ਉਹ ਪਿੱਛੇ ਹਟ ਗਿਆ ਜਾਂ ਪਿੱਛੇ ਰਹਿ ਗਿਆ। ਤੇ ਉਹਦੇ 'ਚ ਮੇਰੀ ਇੱਕ ਲਾਈਨ ਮੈਨੂੰ ਥੋੜ੍ਹੀ ਯਾਦ ਆ ਰਹੀ ਹੈ ਕਿ ਲਾਲ ਕਿਤਾਬਾਂ ਦੀ ਰੱਦੀ ਵੇਚ ਕੇ ਸਾਡੇ ਨਿਆਣੇ ਖਾਂਦੇ ਰਹੇ ਕੈਡਬਰੀ ਨੈਸਲੇ ਦੇ ਕਾਲੇ ਭੂਰੇ ਚਾਕਲੇਟ, ਤੇ ਉਹਨਾਂ ਨੂੰ ਘੂਰਨ ਲਈ ਜਿਹੜਾ ਹੈ ਉੱਭਰਿਆ ਹੱਥ ਕਦੇ ਜਿਹੜਾ ਸੀ ਉਹ ਫਿਰ ਖਸਿਆਨੀ ਹਾਸੀ ਦੇ ਵਿੱਚ ਬਦਲਦਾ ਰਿਹਾ। ਮਤਲਬ ਕਿ ਇਦਾਂ ਦੀ ਗੱਲ ਜਿਹੜੀ ਮਜਬੂਰੀ ਜਿਹੜੀ ਮਨੁੱਖ ਦੇ ਕਿੱਡਾ ਘੈਂਟ ਬਿੰਬ ਸਿਰਜਿਆ ਤੁਸੀਂ, ਲਾਲ ਕਿਤਾਬਾਂ ਨੂੰ ਵੇਚ ਕੇ ਖਾਂਦੇ ਰਹੇ ਕੈਡਬਰੀ ਤੇ ਚਾਕਲੇਟ। ਸਰ ਜਿਹੜੀਆਂ ਲਾਲ ਕਿਤਾਬਾਂ ਵੇਚਣ ਦੀ ਗੱਲ ਕਰੀਏ, ਤੁਸੀਂ ਕਵਿਤਾ ਦੇ ਵਿੱਚ ਬੜਾ ਸੋਹਣਾ ਬਿੰਬ ਸਿਰਜਿਆ। ਲਾਲ ਕਿਤਾਬਾਂ ਬਾਰੇ ਥੋੜੀ ਜਿਹੀ ਗੱਲ ਕਰੀਏ, ਰਸ਼ੀਅਨ ਸਾਹਿਤ ਬਾਰੇ ਗੱਲ ਕਰ ਲਈਏ। ਹਾਂ ਬਿਲਕੁਲ, ਲਾਲ ਕਿਤਾਬਾਂ ਮੈਂ ਇਸੇ ਕਰਕੇ ਵਰਤਿਆ। ਹਾਲਾਂਕਿ ਜਿਹੜਾ ਲਾਲ ਕਿਤਾਬ ਦਾ ਅਰਥ ਹੈ ਜਿਹੜਾ ਉਹ ਤਾਂ ਇੱਕ ਬੁਨਿਆਦੀ ਉਹ ਹੈ। ਸਾਡੀਆਂ ਜਿਹੜੀਆਂ ਜੋਤਿਸ਼ ਦੀਆਂ ਕਿਤਾਬਾਂ ਹੈ, ਸਾਡੇ ਸ਼ਾਸਤਰ ਦੇ ਮੁਤਾਬਕ ਭਾਰਤੀ, ਉਹਦੇ ਵਿੱਚ ਉਹਨੂੰ ਵੀ ਲਾਲ ਕਿਤਾਬ ਕਹਿੰਦੇ ਆ। ਪਰ ਰਸ਼ੀਅਨ ਸਾਹਿਤ ਨੂੰ ਵੀ ਲਾਲ ਕਿਤਾਬਾਂ ਨਾਲ ਜੋੜਿਆ ਜਾਂਦਾ। ਜਿਹੜਾ ਪਟਵਾਰੀਆਂ ਦੀ ਜਾਂ ਆਪਾਂ ਕਹੇ ਕਿ ਮਾਲ ਰਿਕਾਰਡ ਦੀ ਜਿਹੜੀ ਮੁੱਖ ਜਿਹੜੀ ਕਿਤਾਬ ਹੁੰਦੀ ਹੈ ਉਹਨੂੰ ਵੀ ਲਾਲ ਕਿਤਾਬ ਕਿਹਾ ਜਾਂਦਾ ਸਾਡੇ ਆਮ ਭਾਸ਼ਾ ਦੇ ਵਿੱਚ। ਠੀਕ ਹੈ। ਪਰ ਜਿਹੜੀ ਲਾਲ ਕਿਤਾਬਾਂ ਦਾ ਮੈਂ ਤਾਂ ਜ਼ਿਕਰ ਕੀਤਾ ਹੈ ਜਦੋਂ ਰਸ਼ੀਆ ਦਾ, ਜਦੋਂ USSR ਬਣਿਆ, ਰਸ਼ੀਆ ਤੋਂ ਬਾਅਦ ਸਾਰੀਆਂ ਸਟੇਟਾਂ ਨੇ ਇਕੱਠਾ ਹੋ ਕੇ ਸੋਵੀਅਤ ਯੂਨੀਅਨ ਬਣਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਉਹ ਥਿਓਰੀਜ਼ ਸੀ, ਜਿਹੜੀਆਂ ਭਾਵੇਂ ਉਹ ਇੰਗਲਸ ਦੀਆਂ ਸੀ, ਮਾਰਕਸ ਦੀਆਂ ਸੀ, ਲੈਨਨ ਦੀਆਂ, ਉਹਨਾਂ ਦੀ ਲਗਾਤਾਰ ਫਿਰ ਪ੍ਰਚਾਰ ਪੂਰੀ ਦੁਨੀਆ 'ਚ ਕੀਤਾ, ਤੇ ਉਹ ਟਰਾਂਸਲੇਟ ਹੋਈ ਖੇਤਰੀ ਭਾਸ਼ਾਵਾਂ ਦੇ ਵਿੱਚ, ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਟਰਾਂਸਲੇਟ ਹੋਈਆਂ। ਤੇ ਉਹ ਫਿਰ ਇਹ ਸੀ, ਉਹ ਮੈਨੂੰ ਪੜ੍ਹਨ ਦਾ ਸਾਡੇ ਘਰ ਮਾਹੌਲ ਇਦਾਂ ਦਾ ਸੀਗਾ, ਪਹਿਲਾਂ ਤੋਂ ਹੀ ਮੌਕਾ ਮਿਲਿਆ, ਫਿਰ ਉਹ ਲਿਟਰੇਚਰ ਪੜ੍ਹਨ ਦਾ ਮੌਕਾ ਮਿਲਿਆ, ਸਾਹਿਤ ਪੜ੍ਹਨ ਦਾ ਮੌਕਾ ਮਿਲਿਆ। ਪੰਜਾਬੀ ਸਾਹਿਤ ਦੇ ਉੱਤੇ ਨਾ ਰਸ਼ੀਅਨ ਸਾਹਿਤ ਦਾ ਬਹੁਤ ਅਸਰ ਆ, ਇਹਦੀ ਵਜ੍ਹਾ? ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਵੈਸੇ ਤਾਂ ਜਿਹੜਾ ਸਾਹਿਤ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੰਡੀਪੈਂਡੈਂਟ ਇੱਕ ਵਰਤਾਰਾ ਹੈਗਾ, ਤੇ ਅਸਰ ਉਹ ਕਬੂਲਦਾ ਹੈ। ਸਮੇਂ-ਸਮੇਂ ਕੀ ਹੁੰਦਾ ਹੈ ਕਿ ਜਿਹੜੀਆਂ ਕਿੱਦਾਂ ਦੀਆਂ ਲਹਿਰਾਂ ਚੱਲਦੀਆਂ ਨੇ ਜਾਂ ਹੋਰ, ਉਹਨਾਂ ਦਾ ਅਸਰ ਪੰਜਾਬੀ ਸਾਹਿਤ ਨੇ ਸਭ ਤੋਂ ਵੱਧ ਜਿਹੜਾ ਕਬੂਲਿਆ। ਜੇ ਭਾਈ ਵੀਰ ਸਿੰਘ ਹੋਰਾਂ ਦਾ ਜਿਹੜਾ ਨਾਵਲ ਹੈ ਸੁੰਦਰੀ, ਜੇ ਆਪਾਂ ਗੱਲ ਕਰੀਏ, ਉਦੋਂ ਕਿਤੇ ਨਹੀਂ ਸੀ, ਉਦੋਂ ਪ੍ਰਭਾਵ ਸੀ ਜਿਹੜਾ ਇੱਕ ਉਸ ਕਿਸਮ ਦਾ ਉਹਨਾਂ ਨਾਵਲਾਂ ਦੇ ਵਿੱਚ ਜਾਂ ਉਦੋਂ ਉਸ ਲਿਟਰੇਚਰ ਦੇ ਵਿੱਚ ਉਸ ਕਿਸਮ ਦਾ ਪ੍ਰਭਾਵ ਸੀ, ਜਦੋਂ ਇੱਕ ਸਿੱਖੀਜ਼ਮ ਦਾ ਜਿਹੜਾ ਇੱਕ ਮਾਡਲ ਸੀ ਜਿਹੜਾ ਉਹ ਭਾਈ ਵੀਰ ਸਿੰਘ ਹੋਰਾਂ ਦੇ ਦਿਮਾਗ ਦੇ ਵਿੱਚ ਸੀ ਕਿ ਇਦਾਂ ਦੇ ਨਾਇਕ ਹੋਣੇ ਚਾਹੀਦੇ ਆ ਜਾਂ ਹੋ ਸਕਦੇ ਆ। ਉਸ ਵੇਲੇ ਨਾਨਕ ਸਿੰਘ ਹੋਰੀ ਆਏ, ਬਾਅਦ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਆਏ, ਉਹਨਾਂ ਦੇ ਲਿਟਰੇਚਰ ਤੇ, ਹਾਲਾਂਕਿ ਪ੍ਰੀਤਲੜੀ ਹੋਰਾਂ ਦੇ ਲਿਟਰੇਚਰ ਤੇ ਬਹੁਤ ਅਸਰ ਹੈ ਇਸ ਗੱਲ ਦਾ, ਭਾਵੇਂ ਉਹ ਇੱਕ ਵੱਖਰੀ ਕਿਸਮ ਦਾ ਆਈਡੀਅਲਿਜ਼ਮ ਸੀਗਾ, ਪਰ ਖਾਸ ਕਰਕੇ ਜਿਹੜੇ ਮਾਲਵੇ ਦੇ ਸਾਹਿਤਕਾਰ ਸੀਗੇ ਜੀ, ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਿਆ ਮਾਰਕਸਵਾਦੀ ਜਿਹੜਾ ਹੈ ਸਾਹਿਤ ਦਾ। ਉਹਨਾਂ ਲਹਿਰਾਂ ਦਾ ਵੀ ਅਸਰ ਪਿਆ, ਕਿਉਂਕਿ ਕੰਪੈਰੀਟਿਵ ਪੈਰਲਲ ਇੱਥੇ ਲਹਿਰਾਂ ਚੱਲੀਆਂ ਜਦੋਂ ਦੇਸ਼ ਆਜ਼ਾਦ ਹੋਇਆ। ਦੇਸ਼ ਆਜ਼ਾਦ ਦੇ ਹੋਣ ਦੇ ਨਾਲ ਹੀ ਇਦਾਂ ਦੀਆਂ, ਪਹਿਲਾਂ ਉਦੋਂ ਕਿਉਂਕਿ ਸੈਕੰਡ ਵਰਲਡ ਵਾਰ ਖਤਮ ਹੋ ਕੇ ਹਟੀ ਸੀ, ਅਮਨ ਦੀ ਜਿਹੜੀ ਮੂਵਮੈਂਟ ਉਹ ਚੱਲੀ। ਅਮਨ ਦੀ ਮੂਵਮੈਂਟ ਦਾ ਜਿਹੜਾ ਸਭ ਤੋਂ ਵੱਧ ਪ੍ਰਚਾਰ ਕੀਤਾ ਉਹ ਇੱਥੋਂ ਦੀਆਂ ਜਿਹੜੀਆਂ ਲੈਫਟ ਧਿਰਾਂ ਸੀਗੀਆਂ, ਖੱਬੇ ਪੱਖੀ ਧਿਰਾਂ ਸੀ, ਉਹਨਾਂ ਨੇ ਕੀਤਾ। ਤੇ ਫਿਰ ਇੱਥੇ ਇਦਾਂ ਦੀਆਂ ਮੂਵਮੈਂਟ ਜਿਹੜੀਆਂ ਸ਼ੁਰੂ ਹੋ ਗਈਆਂ, ਭਾਵੇਂ ਉਹ ਰਜਵਾੜਿਆਂ ਦੇ ਖਿਲਾਫ ਸੀ, ਕਿਉਂਕਿ ਇੱਕੋ ਦਮ ਤਾਂ ਰਜਵਾੜੇ ਖਤਮ ਨਹੀਂ ਹੋਏ, ਜ਼ਗੀਰਦਾਰੀ ਯੁੱਗ ਖਤਮ ਨਹੀਂ ਹੋਇਆ। ਜ਼ਗੀਰਦਾਰੀ ਦੇ ਖਿਲਾਫ ਜਦੋਂ ਹੋਈਆਂ ਉਦਾਂ ਦੀਆਂ ਫਿਰ ਉੱਥੇ ਸਾਹਿਤ ਲਿਖਿਆ ਗਿਆ। ਜੇ ਜਸਵੰਤ ਸਿੰਘ ਕਮਲ ਦਾ ਨਾਵਲ ਹੈ ਰਾਤ ਬਾਕੀ ਹੈ, ਉਹਦੇ ਤੋਂ ਸਾਫ਼ ਉਹ ਜ਼ਾਹਰ ਹੁੰਦਾ ਹੈ ਕਿ ਉਹ ਪੈਪਸੂ ਮੁਜ਼ਾਹਰਾ ਮੂਵਮੈਂਟ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ, ਜਿਹੜੀ ਰਜਵਾੜਿਆਂ ਦੇ ਜ਼ਗੀਰਦਾਰਾਂ ਦੇ ਖਿਲਾਫ ਸੀਗੀ। ਤੇ ਇਸ ਤਰ੍ਹਾਂ ਬਾਅਦ ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਨੇ, ਗੁਰਬਖਸ਼ ਸਿੰਘ ਰਾਮ ਸਰੂਪ ਅਣਖੀ ਦਾ ਨਾਵਲ ਹੈ, ਹੋਰ ਕਿੰਨੇ ਹੀ ਜਿਹੜਾ ਸਾਹਿਤ ਹੈ ਉਹਦੇ ਤੇ ਉੱਤੇ ਅਸਰ ਪਿਆ ਜਦੋਂ ਤੁਸੀਂ ਆਪਣੀ ਸਿਚੁਏਸ਼ਨ ਨਾਲ ਜੋੜ ਕੇ ਦੇਖਦੇ ਹੋ ਉਹਨਾਂ ਸਾਰੀਆਂ ਗੱਲਾਂ। ਤੁਹਾਡੇ ਘਰ 'ਚ ਲਾਲ ਕਿਤਾਬਾਂ ਲਿਆਉਣ ਵਾਲਾ ਕੌਣ ਸੀ ਪਹਿਲਾਂ? ਸਾਡਾ ਇਦਾਂ ਸੀ ਜੀ, ਮੇਰਾ ਬਚਪਨ ਦੇ ਵਿੱਚ ਮੇਰੇ ਦਾਦਾ ਜੀ ਦੇ ਸਕੇ ਚਾਚਾ ਜੀ ਸੀਗੇ ਕਾਮਰੇਡ ਧਰਮ ਸਿੰਘ ਫੱਕਰ, ਜਿਹੜੇ ਪੈਪਸੂ ਮੁਜ਼ਾਹਰਾ ਮੂਵਮੈਂਟ ਦੇ ਬਹੁਤ ਵੱਡੇ ਲੀਡਰ ਸੀ, ਕਿਸ਼ਨਗੜ੍ਹ ਦੇ ਮੋਰਚੇ ਦੇ ਨਾਇਕ ਸੀ। ਉਹਨਾਂ ਨੂੰ ਤਸੀਹੇ ਦਿੱਤੇ ਗਏ, ਜੇਲ੍ਹ 'ਚ ਰੱਖਿਆ ਗਿਆ, ਤੇ ਪੈਪਸੂ ਦੇ ਵਿੱਚ ਉਹ ਜੇਲ੍ਹ 'ਚ ਬੈਠੇ ਹੀ ਜਿਹੜੀ ਬੁਢਲਾਡਾ ਹਲਕੇ ਤੋਂ MLA ਚੁਣੇ ਗਏ, ਜਿੱਤ ਗਏ। ਮਤਲਬ ਕਿ ਇੰਨਾ ਜ਼ਿਆਦਾ ਪ੍ਰਭਾਵ ਸੀ, ਤੇ ਉਹ ਬੜੇ ਫੱਕਰ ਕਿਸਮ ਦਾ ਹੀ ਉਹਨਾਂ ਦਾ ਸੁਭਾਅ ਸੀ। ਉਹਨਾਂ ਨੇ ਕਿਤਾਬਾਂ ਲਿਆਉਣੀਆਂ, ਰੱਖ ਲੈਣੀਆਂ,
ਅੱਗੇ ਕਿਤੇ ਜੇ ਪੜ੍ਹਨ ਪੁੜਨ ਵਾਲੇ ਸੀ ਮੇਰੇ ਤਾਇਆ ਜੀ ਸੀਗੇ, ਉਹ ਵੀ ਬਾਅਦ 'ਚ CPI ਦੇ ਕਾਰਡ ਹੋਲਡਰ ਰਹੇ, ਉਹਨਾਂ ਨੇ ਲੈ ਆਉਣੀਆਂ, ਫਿਰ ਉਹ ਅਸੀਂ ਪੜ੍ਹੀ ਜਾਣੀਆਂ। ਸਾਨੂੰ ਪਹਿਲਾਂ ਉਹਨਾਂ ਜਿਹੜੀਆਂ ਲਾਲ ਰੰਗ ਦੀਆਂ ਸੀ ਜਿਨ੍ਹਾਂ ਉੱਤੇ ਲੈਨਨ ਦੀ ਫੋਟੋ ਛਪੀ ਹੁੰਦੀ ਸੀ, ਮਾਰਕਸ ਐਂਗਲਸ ਦੀ ਫੋਟੋ, ਉਹਨਾਂ ਦਾ ਬਹੁਤਾ ਨਹੀਂ ਸੀ ਸਮਝ ਆਉਂਦੀ, ਕਿਉਂਕਿ ਪੰਜਾਬੀ ਸੀ, ਅਸੀਂ ਕੁਛ ਨਾ ਕੁਛ ਫਿਰ ਵੀ ਉਹ 'ਚੋਂ ਫੜ ਲੈਂਦੇ। ਜਦੋਂ ਲਿਟਰੇਚਰ, ਕਿਉਂਕਿ ਸੋਵੀਅਤ ਯੂਨੀਅਨ ਦਾ ਜਿਹੜਾ ਮੈਗਜ਼ੀਨ ਸੀ ਪੰਜਾਬੀ ਦੇ ਵਿੱਚ ਟਰਾਂਸਲੇਟ ਹੋ ਕੇ ਆਉਂਦਾ ਸੀ, ਸੋਵੀਅਤ ਦੇਸ਼, ਉਹਦੇ ਵਿੱਚ ਕਹਾਣੀਆਂ ਹੁੰਦੀਆਂ ਸੀ। ਫਿਰ ਜਦੋਂ ਲਿਟਰੇਚਰ ਵੱਲ ਵਧੇ, ਸਕੂਲ ਤੋਂ ਕਾਲਜ ਵੱਲ ਗਏ, ਫਿਰ ਪਤਾ ਲੱਗਿਆ ਕਿ ਇੰਨਾ ਜ਼ਿਆਦਾ ਸਾਹਿਤ ਹੈ। ਉਹ ਮੈਂ ਕਾਲਜ ਰਹਿੰਦਿਆਂ ਸਾਰਾ ਸਾਹਿਤ ਜਿਹੜੇ ਵੱਡੇ ਨੇ, ਭਾਵੇਂ ਮੈਕਸਿਮ ਗੋਰਕੀ ਤੋਂ ਲੈ ਕੇ ਲਿਓ ਟਾਲਸਟਾਏ ਤੋਂ ਲੈ ਕੇ ਗੋਗੋਲ ਤੱਕ, ਦੋਸਤੋਯੇਵਸਕੀ ਤੱਕ, ਮੈਂ ਸਾਰੇ ਉਦੋਂ ਪੜ੍ਹਦੇ ਸੀ, ਕਿਉਂਕਿ ਸਾਰੇ ਪੰਜਾਬੀ ਦੇ ਵਿੱਚ ਅਵੇਲੇਬਲ ਸੀਗੇ। ਤੇ ਭਾਵੇਂ ਕਿਤੇ ਕਿਤੇ ਤੁਹਾਨੂੰ ਇਹ ਲੱਗਦਾ ਸੀ ਜਿਹੜੇ ਉਹਨਾਂ ਦੇ ਲਫ਼ਜ਼ ਸੀ ਜਾਂ ਜਿਨ੍ਹਾਂ ਨੇ ਟਰਾਂਸਲੇਟ ਕੀਤੇ ਉਹ ਲੋਕ ਜ਼ਿਆਦਾ ਮਾਝੇ ਨੂੰ ਬਿਲੋਂਗ ਕਰਦੇ ਸੀ, ਉਹਨਾਂ ਦੇ ਕਈ ਸ਼ਬਦ ਤੁਹਾਨੂੰ ਐਂ ਲੱਗਦੇ ਸੀ, ਪਰ ਉਹ ਲੱਗਦਾ ਜਿਵੇਂ ਤੁਹਾਡੀ ਆਪਣੀ ਕਹਾਣੀ ਹੈ, ਤੁਹਾਡੇ ਆਪਣੇ ਇੱਥੋਂ ਦੀ ਕਹਾਣੀ ਹੈ। ਚਲੋ ਆਪਾਂ ਇਹ ਰਸ਼ੀਅਨ ਸਾਹਿਤ ਤੋਂ ਮੁੜਿਆ ਹੀ, ਆਪਾਂ ਤੁਹਾਡੇ ਜਿਹੜਾ ਪ੍ਰੀਤਮ ਸਿੰਘ ਰੁਪਾਲ ਇੱਕ ਮੌਂਟੇਨੀਅਰ ਵੀ ਰਿਹਾ, ਉਹਦੇ ਬਾਰੇ ਜੇ ਗੱਲ ਕਰੀਏ ਤਾਂ ਕਿੱਥੋਂ ਤੁਸੀਂ ਕੋਰਸ ਕਰਿਆ ਤੇ ਕਿੰਨੇ ਕੁ ਪਹਾੜ ਗਾਏ ਨੇ, ਘੁੰਮੇ ਨੇ, ਤੇ ਉੱਥੋਂ ਕਿਹੜਾ ਸਾਹਿਤ ਚੁਣ ਕੇ ਲੈ ਕੇ ਆਏ ਹੋ ਤੁਸੀਂ? ਅਦਬ ਜੀ ਇਸ ਤਰ੍ਹਾਂ ਹੈ, ਅਸਲ ਦੇ ਵਿੱਚ ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ, ਮੈਨੂੰ ਨਹੀਂ ਸੀ ਪਤਾ ਬਿਲਕੁਲ ਪਹਿਲਾਂ ਵੀ ਪਹਾੜ ਕੀ ਹੁੰਦੇ ਆ ਜਾਂ ਹੋਰ ਹੈ। ਸਾਡੀ ਇੱਕ ਸਿਲੈਕਸ਼ਨ ਹੋਈ ਇੱਕ ਮਾਊਂਟੇਨਰਿੰਗ ਦੇ ਕੈਂਪ ਲਈ ਜੀ, ਇਹ ਕਹਿ ਸਕਦੇ ਆਪਾਂ। ਮੇਰੇ ਦੋਸਤ ਸੀਗੇ ਦੋ, ਮਨਜੀਤ ਚਾਲ, ਜਗਜੀਤ ਚਾਲ, ਤੇ ਦੋਸਤ ਹੈਗੇ ਆ, ਤੇ ਸਾਡੀ ਤਿੰਨਾਂ ਦੀ ਸਿਲੈਕਸ਼ਨ ਹੋਈ। ਤੇ ਉਹਦੇ 'ਚ ਚੱਕਰ ਇਹ ਸੀ ਵੀ ਇੱਕ ਕੈਂਪ ਉਹ ਸੀ ਜਿਹਦੇ 'ਚ ਇੱਕ ਜਾਣੇ ਨੇ ਜਾਣਾ ਸੀ, ਦੂਜੇ ਕੈਂਪ ਦੇ ਵਿੱਚ ਦੋ ਜਣਿਆਂ ਨੇ ਜਾਣਾ ਸੀ। ਤੇ ਸਾਡੇ ਲਈ, ਸਾਡੇ ਅੱਗੇ ਇਹ ਆਪਸ਼ਨ ਸੀ ਵੀ ਹੁਣ ਦੋ ਜਾਣੇ ਕਿੱਧਰ ਹੋਣ ਤੇ ਇੱਕ ਜਣਾ ਕਿੱਧਰ ਹੋਵੇ। ਤੇ ਦੋਸਤੀ ਇੰਨੀ ਗੂੜੀ ਸੀ, ਅਸੀਂ ਇੱਕ ਦੂਜੇ ਦੇ ਤਿੰਨੇ ਬਹੁਤ ਕਰੀਬ ਸੀਗੇ। ਤੇ ਫਿਰ ਮੈਂ ਉੱਥੇ ਕਿਹਾ ਵੀ ਚਲੋ ਮੈਂ ਕੁਰਬਾਨੀ ਕਰਨ ਲਈ ਤਿਆਰ ਹਾਂ, ਜਿਹੜਾ ਇੱਕ ਜਣੇ ਨੇ ਜਿੱਥੇ ਜਾਣਾ ਜਿਹੜੇ ਕੈਂਪ 'ਚ, ਕਿਉਂਕਿ ਦੋਨੋਂ ਅਲੱਗ-ਅਲੱਗ ਸੀਗੇ। ਇੱਕ ਨੈਸ਼ਨਲ ਟਰੈਕਿੰਗ ਦਾ ਕੈਂਪ ਸੀ ਤੇ ਦੂਜਾ ਸੀ ਜਿਹੜਾ ਯੂਥ ਲੀਡਰਸ਼ਿਪ ਵਾਲੇ ਜਿਹੜੇ ਲਾਉਂਦੇ ਆ, ਉਹ ਹਾਈਕਿੰਗ ਟਰੈਕਿੰਗ ਦਾ ਕੈਂਪ ਸੀ। ਜਗਜੀਤ ਤੇ ਮਨਜੀਤ ਉੱਧਰ ਚਲੇ ਗਏ ਦੋਵੇਂ, ਤੇ ਮੈਂ ਇਸ ਪਾਸੇ ਚਲਾ ਗਿਆ। ਉੱਥੋਂ ਮੈਨੂੰ ਫਿਰ ਇਹ ਸੋਝੀ ਹੋਈ ਕਿ ਟਰੈਕਿੰਗ ਕੀ ਹੁੰਦਾ। ਉੱਥੇ ਟ੍ਰੇਨਿੰਗ ਦਿੱਤੀ ਗਈ, ਉੱਥੇ ਬੜੇ ਸੀਨੀਅਰ ਜਿਹੜੇ ਮਾਊਂਟੇਨੀਅਰ ਸੀ ਉਹ ਆਏ ਸੀ, ਸਾਨੂੰ ਟਰੈਕਿੰਗ ਕਰਾਈ ਗਈ, ਸਾਨੂੰ ਰਿਲੇ ਟਰੈਕਿੰਗ ਲਗਾਤਾਰ। ਰੈਸਨ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ, ਉੱਥੋਂ ਲੈ ਕੇ ਤੇ ਖੌਲੀ ਪਾਸ ਅੱਗੇ ਆਉਂਦਾ, ਇੱਕ ਕਾਫੀ ਉੱਚਾ ਦਰਾ ਹੈ ਉਹ, ਤੇ ਖੌਲੀ ਪਾਸ ਕ੍ਰੋਸ ਕਰਕੇ ਗਲੇਸ਼ੀਅਰ ਹੈ, ਗਲੇਸ਼ੀਅਰ ਕ੍ਰੋਸ ਕਰਕੇ ਦੂਸਰੀ ਸਾਈਡ ਤੋਂ ਆ ਕੇ ਫਿਰ ਵਾਪਸ ਉੱਥੇ ਆਉਣਾ ਸੀ ਬੇਸ ਕੈਂਪ ਦੇ ਵਿੱਚ। ਉੱਥੋਂ ਮੇਰੀ ਜਿਹੜੀ ਸ਼ੁਰੂਆਤ ਹੁੰਦੀ ਹੈ, ਤੇ ਉਸ ਦੇ ਦੌਰਾਨ ਅਸੀਂ ਜਿਹੜਾ ਮਨਾਲੀ ਦਾ ਜਿਹਨੂੰ ਵੈਸਟਰਨ ਮਾਊਂਟੇਨਿੰਗ ਇੰਸਟੀਚਿਊਟ ਕਹਿੰਦੇ ਸੀਗੇ, WHMI, ਤੇ ਵੈਸਟਰਨ ਹਿਮਾਲਯਨ ਮਾਊਂਟੇਨਿੰਗ ਇੰਸਟੀਚਿਊਟ, ਉਹ ਜਿਹੜਾ ਦੂਜੇ ਨੰਬਰ ਦਾ ਸੀ। ਉੱਥੇ ਫਿਰ ਮੈਨੂੰ ਉਸ ਤੋਂ ਬਾਅਦ ਮੈਂ ਮੌਕਾ ਮਿਲਿਆ, ਮੈਂ ਡੈਲੀਬਰੇਟਲੀ ਕਿਹਾ ਕਿ ਮੈਨੂੰ ਭੇਜਿਆ ਜਾਵੇ ਬੇਸਿਕ ਕੋਰਸ ਵਾਸਤੇ। ਮੈਂ ਬੇਸਿਕ ਕੋਰਸ ਉੱਥੋਂ ਕੀਤਾ। ਉੱਥੇ ਮੈਨੂੰ ਹਾਂਜੀ ਇਹ ਪਤਾ ਲੱਗਿਆ ਕਿ ਜਿਹੜਾ ਬੇਸਿਕ ਕੋਰਸ ਹੈ ਉਸ ਤੋਂ ਬਾਅਦ ਇੱਕ ਐਡਵਾਂਸ ਕੋਰਸ ਵੀ ਹੁੰਦਾ, ਉਹ ਵੀ ਉੱਥੇ ਹੀ ਕਰਾਉਂਦੇ ਆ। ਮੈਂ ਨਾ ਤੁਹਾਡੀ ਜਿਹੜੀ ਇਹ ਕਿਤਾਬ ਆ ਕੁੱਲੂ ਵਾਦੀ ਵਿੱਚ 10 ਦਿਨ, ਇਹਦਾ ਇੱਕ ਚੈਪਟਰ CBSE ਦੀ 10ਵੀਂ ਦੀ ਕਲਾਸ ਦੇ ਵਿੱਚ ਹੈਗਾ, ਪੱਛੋਂ ਦੀਆਂ ਪੈਣ ਕਣੀਆਂ। ਪੱਛੋਂ ਦੀਆਂ ਪੈਣ ਕਣੀਆਂ, ਕਿਹੜੀਆਂ ਪੱਛੋਂ ਦੀਆਂ ਕਣੀਆਂ ਪਈਆਂ ਜਿਹਦੇ 'ਚ ਤੁਸੀਂ ਭਿੱਜ ਗਏ? ਉਹ ਅਸਲ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਇੱਦਾਂ ਦਾ ਇਹ ਟਰੈਕਿੰਗ ਨਾਲ ਸੰਬੰਧਿਤ ਕਿਤਾਬ ਹੈਗੀ। ਇਹਦੇ ਵਿੱਚ ਟਰੈਕਿੰਗ ਤੇ ਜਾਂਦਿਆਂ ਰਸਤੇ ਦੇ ਵਿੱਚ, ਤੇ ਕਿਉਂਕਿ ਪਹਾੜਾਂ ਦੇ ਵਿੱਚ ਮੌਸਮ ਜਿਹੜਾ ਹੈ 10 ਮਿੰਟ 'ਚ ਬਦਲ ਜਾਂਦਾ। ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਦੇ, ਤੁਸੀਂ ਉੱਤਰਾਖੰਡ 'ਚ, ਹਿਮਾਚਲ 'ਚ ਪ੍ਰਦੇਸ਼ 'ਚ ਜਾਂ ਜੰਮੂ ਕਸ਼ਮੀਰ ਤੁਸੀਂ ਗਏ ਹੋ, ਕਿ ਉਹਨਾਂ ਕੋਲ ਇੱਕ ਛਤਰੀ ਤੇ ਉਹਨਾਂ ਨੇ ਜੈਕਟ ਜਿਹੜੀ ਸਵੈਟਰ ਜ਼ਰੂਰ ਨਾਲ ਹੀ ਹੁੰਦੀ ਹੈ। ਹਾਂ, ਨਾਲ ਹੁੰਦੀ, ਭਾਵੇਂ ਧੁੱਪ ਪੂਰੀ ਨਿਕਲੀ ਹੋਵੇ ਜੀ। ਤੇ ਇਦਾਂ ਹੀ ਸੀ, ਅਸੀਂ ਟਰੈਕਿੰਗ 'ਚ ਗਏ, ਚੰਗਾ ਭਲਾ ਮੌਸਮ ਸੀ। ਹੋਰ ਰਸਤੇ 'ਚ ਅਸੀਂ ਟਰੈਕਿੰਗ ਕਰਦੇ ਕਰਦੇ ਇੱਕ ਖੰਦਰ ਜੀ ਪਾਰ ਕੀਤੀ, ਉਸ ਤੋਂ ਅੱਗੇ ਬਾਰਿਸ਼ ਸ਼ੁਰੂ ਹੋ ਗਈ। ਫਿਰ ਹਲਕੇ ਹਲਕੇ ਫਲੇਕਸ ਕਹਿੰਦੇ ਉਹਨੂੰ, ਸਨੋ ਤਾਂ ਨਹੀਂ ਕਹਿੰਦੇ, ਤੇ ਉਹ ਗੜੇ ਵੀ ਨਹੀਂ ਹੁੰਦੇ ਤੇ ਬਰਫ਼ ਵੀ ਨਹੀਂ ਹੁੰਦੀ, ਉਹ ਫਲੇਕਸ ਕਹਿੰਦੇ। ਉਹ ਪਤਲੀਆਂ ਪਤਲੀਆਂ ਪੱਤੀਆਂ ਜਿਹੀਆਂ ਬਰਫ਼ ਦੀਆਂ, ਉਹ ਡਿੱਗਣ ਲੱਗ ਜਾਂਦੀਆਂ ਨਾਲ। ਉਹ ਸ਼ੁਰੂ ਹੋ ਗਿਆ ਕੰਮ। ਤੇ ਉਹ ਇਹ ਚੈਪਟਰ ਦਾ ਹੀ ਨਾਮ ਹੈ ਇਸ ਕਰਕੇ ਰੱਖਿਆ, ਤੇ ਪੱਛੋਂ ਦੀਆਂ ਪੈਣ ਕਣੀਆਂ ਵੀ। ਉਹ ਬਹੁਤ ਠੰਡੀ ਹਵਾ ਸ਼ੁਰੂ ਹੋ ਗਈ, ਤੇ ਜਿੱਦਾਂ ਸਾਡੀ ਪੱਛੋਂ ਦੀ ਹਵਾ ਚੱਲਦੀ ਹੈ, ਹਲਕਾ ਚੱਲਦਾ, ਹਾਂਜੀ, ਉਸ ਕਿਸਮ ਦਾ ਉੱਥੇ ਜਿਹੜਾ ਮਾਹੌਲ ਬਣ ਗਿਆ। ਹਾਲਾਂਕਿ ਸਾਡੇ ਕੋਲੇ ਵੀ ਸਾਰਾ ਕੁਝ ਸੀ, ਮਈ ਦਾ ਮਹੀਨਾ ਸੀ ਉਦੋਂ, ਕੋਈ ਤਾਂ ਪੂਰੀ ਗਰਮੀ ਸੀ, ਪਰ ਉੱਥੇ ਫੇਰ ਸਾਨੂੰ ਜੈਕਟਾਂ ਪਾਉਣੀਆਂ ਪਈਆਂ, ਤਾਂ ਇਹਦਾ ਨਾਂ ਹੀ ਰੱਖਿਆ ਗਿਆ। ਕਿਤਾਬ ਆ ਜੀ ਦਰਿਆ ਤੇ ਦਰਿਆਵਾਂ ਦੇ ਸੰਗ, ਸਾਹਿਤਿਕ ਤੰਦਾਂ ਦੇ ਵਿੱਚ ਪਾਈ ਹੋਈ ਆਪਾਂ ਤੰਦ,
ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਇਹ ਸਰ ਇਹ ਕਿਹੜੇ ਦਰੇ ਤੇ ਦਰਿਆ ਤੁਸੀਂ ਘੁੰਮੇ, ਉਹਨਾਂ ਬਾਰੇ ਵੀ ਜ਼ਿਕਰ ਕਰੋ। ਅਸਲ ਦੇ ਵਿੱਚ ਆਦਮ ਜੀ ਇਹ ਜਿਹੜੀ ਕਿਤਾਬ ਹੈ ਨਾ, ਇਹ ਅਸੀਂ ਟਰੈਕਿੰਗ ਤੇ ਗਏ। ਮੈਂ ਉਸ ਵੇਲੇ ਜੋ ਚੰਡੀਗੜ੍ਹ ਪ੍ਰੈਸ ਕਲੱਬ ਦਾ ਨਾ ਦੀ ਇੱਕ ਐਡਵੈਂਚਰ ਕਮੇਟੀ ਹੈ, ਮੈਂ ਐਡਵੈਂਚਰ ਕਮੇਟੀ ਦਾ ਕਨਵੀਨਰ ਸੀਗਾ ਤੇ ਮਿਸਟਰ ਸੁਖਬੀਰ ਉਹ ਚੇਅਰਮੈਨ ਸੀ। ਅਸੀਂ ਲੇਹ ਲਦਾਖ ਦਾ ਪ੍ਰੋਗਰਾਮ ਬਣਾਇਆ ਕਿ ਟਰੈਕਿੰਗ ਉਧਰ ਜਾ ਕੇ ਕਰਨੀ ਹੈ ਜੀ। ਉਹ ਲੇਹ ਲਦਾਖ ਦਾ ਪ੍ਰੋਗਰਾਮ ਬਣਦਾ ਸਾਡਾ ਜਿਹੜਾ ਸੀ ਉਹ ਕਾਫੀ ਪਛੜ ਗਿਆ ਇਸ ਹੱਦ ਤੱਕ ਕਿ ਅਸੀਂ ਉਹਨੂੰ ਜੁਲਾਈ ਤੱਕ ਲੈ ਗਏ ਤੇ ਹਾਲਾਂਕਿ ਜੁਲਾਈ ਦੇ ਵਿੱਚ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ। ਤੇ ਉਹ ਫਿਰ ਇਹ ਕਿਤਾਬ ਦਾ ਜਿਹੜਾ ਲਿਖਣ ਦਾ ਸਬਬ ਵੀ ਇਸੇ ਕਰਕੇ ਬਣਿਆ ਕਿ ਅਸੀਂ ਬਹੁਤ ਰਸਤੇ ਵਿੱਚ ਫਸੇ, ਕਿਤੇ ਢਿੱਗਾਂ ਡਿੱਗੀਆਂ, ਕਿਤੇ ਮੀਂਹ ਜ਼ਿਆਦਾ ਪੈ ਗਿਆ, ਖੱਜਲ ਖੁਆਰੀ ਕਾਫੀ ਹੋਈ, ਕਿਤੇ ਰਸਤੇ ਬੰਦ ਹੋ ਗਏ। ਤੇ ਪਰ ਇਸ ਸਫ਼ਰ ਦੇ ਦੌਰਾਨ ਚੰਡੀਗੜ੍ਹ ਤੋਂ ਲੈ ਕੇ ਚੰਡੀਗੜ੍ਹ, ਕੁੱਲੂ ਮਨਾਲੀ, ਲੇਹ ਲਦਾਖ, ਪੈਂਗੰਗ ਸੋ ਜਿਹਨੂੰ ਪੈਂਗੋਂਗ ਝੀਲ ਕਹਿੰਦੇ ਆਪਾਂ, ਚਾਈਨਾ ਦੀ ਨਾਲ ਲੱਗਦੀ ਹੈ, ਤੇ ਉਹ ਸਾਰਾ ਘੁੰਮ ਕੇ ਵਾਪਸ ਜ਼ੋਜ਼ੀਲਾ ਜਿਹੜਾ ਹੈਗਾ ਦਰਾ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ, ਉਧਰੋਂ ਦੀ ਹੁੰਦੇ ਹੋਏ ਕਸ਼ਮੀਰ ਵਿੱਚ ਦੀ, ਜੰਮੂ ਵਿੱਚ ਦੀ, ਪਠਾਨਕੋਟ ਵੱਲ ਦੀ। ਤੁਹਾਡਾ ਨਾ ਲਿਖਣ ਦਾ ਢੰਗ ਬੜਾ ਪਿਆਰਾ ਜਿਹਾ ਹੈਗਾ ਆਪਾਂ ਨਾ ਜਦੋਂ ਦੇਖਦੇ ਆ ਵੀ ਉੱਥੇ ਇਦਾਂ ਦਾ ਮੌਸਮ ਸੀ, ਉੱਥੋਂ ਚਾਹ ਪੀਤੀ, ਉੱਥੋਂ ਇਦਾਂ ਚੱਲੇ, ਉਹਦਾ ਫੋਨ ਆ, ਮਤਲਬ ਵੀ ਉਹ ਐਂ ਲੱਗਦਾ ਨਾ ਮੈਂ ਸਾਹਮਣੇ ਬਿੰਬ ਜਾ ਚਿੱਤਰ ਜਾ ਬਣਦਾ ਹੀ ਰਹਿੰਦਾ। ਨਹੀਂ, ਉਹ ਅਸਲ ਦੇ ਵਿੱਚ ਦੇਖੋ ਜਿਹੜਾ ਸਫ਼ਰਨਾਮਾ ਜੀ, ਸਫ਼ਰਨਾਮਾ ਪਹਿਲੀ ਗੱਲ ਤਾਂ ਹੈ ਕਿ ਤੁਹਾਡੇ ਨਾਲ ਸੰਬੰਧਿਤ ਗੱਲ ਹੈ। ਉਹਦੇ ਨੂੰ ਜੇ ਤੁਸੀਂ ਥੋੜਾ ਜਿਹਾ ਫਿਕਸ਼ਨਲਾਈਜ਼ ਨਹੀਂ ਕਰਦੇ, ਤੁਸੀਂ ਇਦਾਂ ਦੀ ਨਹੀਂ ਉਹਦੇ ਚ ਨਾਲ ਗੱਲ ਪਾਉਂਦੇ, ਕਹਿੰਦੇ ਹੁੰਦੇ ਆ ਨਾ ਅਕਸਰ ਹੀ ਕਿ ਜਿਹੜਾ ਖਰਾ ਸੋਨਾ ਜਿਹੜਾ ਉਹਦੇ ਕਦੇ ਗਹਿਣੇ ਨਹੀਂ ਬਣਦੇ, ਕਿਉਂਕਿ ਉਹ ਇੰਨਾ ਜ਼ਿਆਦਾ ਨਰਮ ਹੁੰਦਾ। ਤੁਸੀਂ 24 ਕੈਰਟ ਦਾ ਕਦੇ ਕੋਈ ਗਹਿਣਾ ਨਹੀਂ ਕਿਸੇ ਪਾਇਆ ਦੇਖਿਆ ਹੋਣਾ, ਉਹਦੇ ਵਿੱਚ ਖੋਟ ਪਾਉਣਾ ਪੈਂਦਾ, ਮਿਲਾਵਟ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਲਿਟਰੇਚਰ ਦੇ ਵਿੱਚ ਹੈ। ਤੇ ਜੇ ਮੈਂ ਲਿਖਿਆ ਮੈਂ ਇੱਥੋਂ ਚੱਲੇ, ਇੱਥੇ ਰੋਕੇ, ਫਿਰ ਚੱਲੇ, ਦੂਜੇ ਦਿਨ ਫਿਰ ਚੱਲੇ, ਕੌਣ ਪੜੂਗਾ ਉਹਨੂੰ? ਤੇ ਇਹਦੇ 'ਚ ਇਹ ਹੈ ਵੀ ਤੁਸੀਂ ਉਹਨੂੰ ਰੌਚਕ ਬਣਾਉਣ ਵਾਸਤੇ ਸੁਣਾਉਣਾ ਨਹੀਂ, ਵਿਖਾਉਣਾ ਪੈਂਦਾ, ਥੋੜਾ ਜਿਹਾ ਫਿਕਸ਼ਨਲਾਈਜ਼ ਕਰਨਾ ਪੈਂਦਾ। ਫਿਕਸ਼ਨਲਾਈਜ਼ ਇਹ ਵੀ ਨਾ ਹੋਵੇ ਤੁਸੀਂ ਉਹ 'ਚ ਗੱਪੀ ਮਾਰੀ ਜਾਓ, ਝੂਠ ਬੋਲੀ ਜਾਓ, ਬਹੁਤੇ ਇਦਾਂ ਦੇ ਵੀ ਹੈਗੇ ਆ। ਤੇ ਉਹਦੇ 'ਚ ਇਹ ਹੈ ਫਿਰ ਉਹ ਪੜ੍ਹਨ ਵਾਲੇ ਨੂੰ ਜਿਹੜੀ ਗੱਲ ਹੈ ਥੋੜੀ ਜੀ ਉਹ ਰੌਚਕ ਲੱਗਦੀ ਹੈ। ਜਿਵੇਂ ਹੁਣ ਇਹਦੇ ਵਿੱਚ ਹੀ ਜਿਹੜਾ ਇੱਕ ਮੇਰਾ ਚੈਪਟਰ ਹੈ ਪਾਂਗ ਦੀ ਮਹਾਰਾਣੀ ਸੋਨਮ। ਠੀਕ ਹੈ। ਪਾਂਗ ਇੱਕ ਜਗ੍ਹਾ ਹੈ, ਨਾ ਤਾਂ ਪਾਂਗ ਕੋਈ ਸ਼ਹਿਰ ਹੈ ਨਾ ਹੋਰ ਹੈ। ਉਹ ਜਦੋਂ ਅਸੀਂ ਲਦਾਖ ਰੀਜਨ ਦੇ ਵਿੱਚ ਐਂਟਰ ਹੋ ਜਾਂਦੇ ਆ ਹਿਮਾਚਲ ਦੇ ਵਿੱਚੋਂ, ਉੱਥੇ ਜਿਹੜੇ ਟੀਪੀ ਟਾਈਪ ਜਿਹੜੇ ਤੰਬੂ ਹੁੰਦੇ ਆ ਨਾ ਜੀ, ਜਿਹੜੇ ਰੇਗਿਸਤਾਨ 'ਚ ਲੱਗਦੇ ਆ, ਉੱਪਰੋਂ ਤਿੱਖੇ ਹੁੰਦੇ ਆ ਤੇ ਤੇਜ਼ ਹਵਾਵਾਂ ਚੱਲਦੀਆਂ, ਉਦਾਂ ਦੇ ਤੰਬੂਆਂ ਦਾ ਇੱਕ ਛੋਟਾ ਜਿਹਾ ਪਿੰਡ ਵਸਿਆ ਹੋਇਆ ਜੀ। ਤੇ ਉਹ ਸੋਨਮ ਉੱਥੇ ਕੋ ਲੇਡੀ ਹੈ ਜਿਹੜੀ ਲਦਾਖੀ ਹੈ, ਉਹਨਾਂ ਨੂੰ ਚਲਾ ਰਹੀ ਹੈ, ਢਾਬਿਆਂ ਨੂੰ ਜਾਂ ਹੋਰ ਹੈ, ਕੁੜੀਆਂ ਚਲਾ ਰਹੀਆਂ ਨੇ ਉਹ। ਤੇ ਕਿਵੇਂ ਉਹਨਾਂ ਦੀ ਸਲਤਨਤ ਆ ਉੱਥੇ, ਤੇ ਉੱਥੇ ਮਤਲਬ ਕਿ ਇਹ ਨਹੀਂ ਕਿ ਕਿਸੇ ਦਿਮਾਗ 'ਚ ਇਹ ਆ ਜੇ ਮੈਂ ਬਦਮਾਸ਼ੀ ਕਰਾਂ ਜਾਂ ਹੋਰ ਹੈ, ਮਤਲਬ ਕਿ ਇੱਕ ਉਹਨਾਂ ਦਾ ਤਰੀਕਾ, ਲਹਿਜਾ ਆਪਣੀਆਂ ਮਾਵਾਂ ਵਰਗਾ, ਵੱਡੀਆਂ ਭੈਣਾਂ ਵਰਗਾ ਤੁਹਾਨੂੰ ਵਰਤਾਉਣ ਦਾ ਜਾਂ ਹੋਰ ਹੈ। ਤੇ ਇਸ ਕਰਕੇ ਮੈਂ ਉਹਦਾ ਨਾਂ ਇਹ ਲਿਖਿਆ ਤੇ ਵੀ ਮਹਾਰਾਣੀ ਉੱਥੇ ਕਿੱਥੋਂ ਆ ਗਈ ਜੀ। ਹਾਂ ਜੀ, ਮਤਲਬ ਇਹਦੇ ਵਿੱਚ ਕਿੰਨੇ ਹੀ ਰਸਤੇ ਦੇ ਵਿੱਚ ਪਾਸ ਜਾਏ, ਜਿਹਨੂੰ ਆਪਾਂ ਦर्रा ਕਹਿੰਦੇ ਹਾਂ, ਹਨਾ ਜੀ। ਤੇ ਰੋਹਤਾਂਗ, ਜੇ ਇੱਧਰੋਂ ਆਪਾਂ ਜਾਈਏ ਪਹਿਲਾਂ ਰੋਹਤਾਂਗ ਪਾਸ ਆਉਂਦਾ, ਤੇ ਪਰ ਕਮਾਲ ਦੀ ਗੱਲ ਇਹ ਵੀ ਸਾਨੂੰ ਮੌਸਮ ਨੇ ਖਰਾਬ ਕਰਤਾ ਤੇ ਸਾਰੀ ਜਿਹੜੀ ਸੜਕ ਸੀ ਮੰਡੀ ਤੋਂ ਅੱਗੇ ਉਹ ਬਿਆਸ ਦਰਿਆ ਦੇ ਵਿੱਚ ਹੜ੍ਹ ਆ ਗਿਆ, ਜਿਹੜੀ ਕੁੱਲੂ ਵਾਲੀ ਸਾਰੀ ਸੜਕ ਡੁੱਬ ਗਈ। ਸਾਨੂੰ ਬਾਇਆ ਕੋਟਾਲਾ ਪਾਸ ਜਾਣਾ ਪਿਆ, ਇੱਕ ਪਾਸ ਵਿੱਚ ਹੋਰ ਐਡ ਹੋ ਗਿਆ ਆਪਣੇ ਆਪ ਹੀ, ਜਿਹੜਾ ਐਕਸਟਰਾ। ਮੰਡੀ ਤੋਂ ਅਸੀਂ ਕੋਟਾਲਾ ਹੋ ਕੇ ਫਿਰ ਅਸੀਂ ਅੱਗੇ ਕੁੱਲੂ ਤੱਕ ਪਹੁੰਚੇ। ਤੇ ਹੁਣ ਜੇ ਇਦਾਂ ਮੈਂ ਦਰਿਆਂ ਦੀ ਇਹ ਗਿਣਤੀ ਕਰਨ ਲੱਗਾ, ਮਤਲਬ ਲੱਗਦੀ ਹੈ 8-10 ਦਰੇ ਜਿਹੜੇ ਹੈਗੇ ਇਹਦੇ, ਤਾਂ ਹੀ ਮੈਂ ਇਹਦਾ ਨਾਂ ਰੱਖਿਆ, ਰਸਤੇ 'ਚ ਆ ਜਾਂਦੇ ਆ। ਇਦਾਂ ਹੀ ਇਹਦੇ 'ਚ ਦਰਿਆਵਾਂ ਦੀ ਗੱਲ ਹੈ। ਦਰਿਆ ਅਸੀਂ ਦੇਖੋ ਇੱਥੋਂ ਬਿਆਸ ਤੋਂ ਸ਼ੁਰੂ ਹੋਏ, ਸਤਲੁਜ ਤੋਂ ਸ਼ੁਰੂ ਹੋਏ, ਪਹਿਲਾਂ ਸਤਲੁਜ ਕ੍ਰਾਸ ਕੀਤਾ ਜਦੋਂ ਅਸੀਂ ਬਿਲਾਸਪੁਰ ਲੰਘੇ, ਫਿਰ ਅਸੀਂ ਬਿਆਸ ਦੇ ਨਾਲ ਨਾਲ ਚੱਲੇ, ਬਿਆਸ ਤੋਂ ਬਾਅਦ ਫਿਰ ਅੱਗੇ ਚੰਦਰ ਤੇ ਭਾਗਾ ਜਿਹੜੇ ਦੋ ਦਰਿਆ ਨੇ, ਤਾਂਦੀ ਦੇ ਨੇੜੇ ਜਾ ਕੇ ਉਹਨਾਂ ਦਾ ਸੰਗਮ ਹੁੰਦਾ ਦੋਨਾਂ ਦਾ, ਜਿੱਥੋਂ ਚਨਾਬ ਬਣਦਾ ਤੇ ਉਹ ਅਸੀਂ ਉੱਥੇ ਚਨਾਬ ਨੂੰ ਵੀ ਮਿਲ ਲਏ। ਤੇ ਨਾਲ ਨਾਲ ਅਸੀਂ ਦਰਿਆ ਨੂੰ ਮਿਲਦੇ ਗਏ, ਨਾਲ ਨਾਲ ਜਿਹੜਾ ਸੀ ਜਦੋਂ ਅਸੀਂ ਜਿਹੜਾ ਸੀ ਹਿਮਾਚਲ ਦਾ ਜਿਹੜਾ ਏਰੀਆ ਜਦੋਂ ਅਸੀਂ ਪਾਰ ਕੀਤਾ, ਕ੍ਰਾਸ ਕੀਤਾ, ਉੱਥੇ ਹੈਗਾ ਬੜਾ ਲਾਚਾ ਲਾ ਕਹਿੰਦੇ ਉਹਨੂੰ। ਤੇ ਬੜਾ ਲਾਚਾ ਲਾ ਦਰਾ ਉਹ ਹੈ ਜਿਹੜਾ ਲਦਾਖ ਤੇ ਹਿਮਾਚਲ ਦੀ ਜਿਹੜਾ ਸੀ ਹੱਦ ਨੂੰ ਜਿਹੜਾ ਨਿਸ਼ਚਿਤ ਕਰਦਾ। ਉੱਥੇ ਇੱਕ ਜਿਹੜੀ ਵੱਡੀ ਝੀਲ ਹੈ ਜਿਹਨੂੰ ਸੂਰਜਤਾਲ ਕਹਿੰਦੇ ਆ, ਉੱਥੋਂ ਦਰਿਆ ਨਿਕਲਦਾ, ਭਾਗਾ ਦਰਿਆ, ਇਧਰੋਂ ਚੰਦਰਤਾਲ ਚੋਂ ਚੰਦਰ ਦਰਿਆ ਨਿਕਲਦਾ, ਉਹ ਦੋਨੇ ਮਿਲ ਕੇ ਚਨਾਬ ਬਣਦਾ। ਹਾਂ, ਦੇਖੋ ਅਸੀਂ ਉਹੀ ਚਨਾਬ ਆ ਜਿਹਦੇ ਚ ਸੋਹਣੀ ਨਾਲ ਸੰਬੰਧਤ ਹੈ, ਜਿਹੜਾ ਹੀਰ ਨਾਲ ਸੰਬੰਧਤ ਆ, ਤੇ ਐਵੇਂ ਉਧਰੋਂ ਰਾਵੀ ਨਿਕਲਦਾ। ਹਾਂਜੀ ਹਾਂ, ਤੇ ਰਾਵੀ ਦਾ ਸਾਡੇ ਨਾਲ ਜਿਹੜਾ ਮੇਲ ਉਹ ਫਿਰ ਆਉਣ ਵੇਲੇ ਹੋਇਆ, ਕਿਉਂਕਿ ਜਦੋਂ ਅਸੀਂ ਵਾਪਸੀ ਤੇ ਆਏ
ਤੇ ਹੁਣ ਇਧਰੋਂ ਅਸੀਂ ਜਾਂਦੇ ਝਨਾਬ ਨੂੰ ਮਿਲੇ, ਫਿਰ ਦਰੇ ਜਿਹੜੇ ਉੱਚੇ ਉੱਚੇ ਬੜਾ ਲਾਚਾ ਲਾ, ਤੇ ਫਿਰ ਉਸ ਤੋਂ ਬਾਅਦ ਤੰਗਲੰਗ ਲਾ, ਜਿਹੜੇ ਕਿੰਨੇ ਹੀ ਦਰੇ ਨੇ ਲੱਖੀ ਜਿਨ੍ਹਾਂ ਦੇ ਨਾਂ ਨੇ, ਤੇ ਉਹ ਜਾਂਦੇ ਹੋਏ ਫਿਰ ਜਿਹੜਾ ਖਰਦੁੰਗ ਜਿਹੜਾ ਸਭ ਤੋਂ ਉੱਚਾ ਦਰਾ ਉਸ ਏਰੀਏ ਦਾ ਮੰਨਿਆ ਜਾਂਦਾ ਜਦੋਂ ਆਪਾਂ ਸਿਆਚਿਨ ਗਲੇਸ਼ੀਅਰ ਨੂੰ ਜਾਂਦੇ ਆ, ਤੇ ਉਹ ਫਿਰ ਕ੍ਰਾਸ ਕਰਕੇ ਫਿਰ ਦੇਖੋ ਤੁਸੀਂ ਝਨਾਬ ਦਰਿਆ ਤੁਹਾਨੂੰ ਮਿਲਿਆ, ਫਿਰ ਉਸ ਤੋਂ ਬਾਅਦ ਚਾਂਸਕਰ ਮਿਲਿਆ, ਫਿਰ ਸਿੰਧ ਦਰਿਆ ਮਿਲਿਆ ਜਿਹੜਾ ਸਭ ਤੋਂ ਵੱਡਾ ਦਰਿਆ ਇਸ ਰੀਜਨ ਦਾ। ਤੇ ਇਹ ਤੁਸੀਂ ਜਦੋਂ ਪੂਰਾ ਏਰੀਆ ਕ੍ਰਾਸ ਕਰਕੇ ਕਸ਼ਮੀਰ ਵੱਲ ਜਦੋਂ ਤੁਸੀਂ ਆਉਂਦੇ ਹੋ, ਹਾਂਜੀ, ਤੇ ਫਿਰ ਤੁਹਾਡਾ ਝਾਂਸਕਰ, ਫਿਰ ਕਸ਼ਮੀਰ ਤੁਹਾਨੂੰ ਜੇਹਲਮ ਤੁਹਾਨੂੰ ਦੁਆਰਾ ਮਿਲਦਾ ਹੈ, ਫਿਰ ਤੁਹਾਨੂੰ ਚਨਾਹ ਦੁਆਰਾ ਮਿਲਦਾ ਹੈ। ਜਿਹੜੇ ਪਹਾੜਾਂ ਚੋਂ, ਦਰਿਆਂ ਚੋਂ, ਪਹਾੜਾਂ ਚੋਂ ਜਿਹੜੇ ਦਰਿਆ ਨਿਕਲ ਕੇ ਆਉਂਦੇ ਨੇ, ਪੰਜਾਬ ਦੀ ਹਿੱਕ ਦੇ ਉੱਤੋਂ ਦੀ ਜਾਂਦੇ ਨੇ, ਉਹ ਦਰਿਆ ਕੀ ਉੱਥੋਂ ਪਹਾੜਾਂ ਤੋਂ ਰੁੜ ਕੇ ਲੈ ਕੇ ਆਉਂਦੇ ਨੇ, ਕੀ ਨਾਲ ਲੈ ਕੇ ਆਉਂਦੇ ਨੇ ਪਾਣੀ ਦੇ ਨਾਲ ਨਾਲ? ਦੇਖੋ ਦਰਿਆ ਜਿਹੜਾ ਹੈ, ਦਰਿਆਵਾਂ ਬਾਰੇ ਵੈਸੇ ਬਹੁਤ ਕੁਝ ਲਿਖਿਆ ਗਿਆ ਦੁਨੀਆ ਦੇ ਵਿੱਚ। ਜੇ ਤੁਸੀਂ ਨਾਈਲ, ਜਿਹਨੂੰ ਆਪਾਂ ਨੀਲ ਕਹਿੰਦੇ ਆ, ਜੇ ਤੁਸੀਂ ਨੀਲ ਬਾਰੇ ਬਹੁਤ ਕੁਝ ਲਿਖਿਆ ਹੈ, ਤੇ ਉੱਥੋਂ ਤੁਹਾਨੂੰ ਕਿੰਨੀਆਂ ਸੱਭਿਅਤਾਵਾਂ ਪੈਦਾ ਹੁੰਦੀਆਂ। ਜੇ ਪੁਰਾਣੀਆਂ ਜਿੰਨੀਆਂ ਸਿਵਲਾਈਜੇਸ਼ਨ ਨੇ ਸਾਰੀਆਂ ਦਰਿਆਵਾਂ ਦੇ ਕਿਨਾਰਿਆਂ ਤੇ ਨੇ। ਸਿੰਧ ਘਾਟੀ ਦੀ ਸੱਭਿਅਤਾ, ਸਿੰਧ ਉਸੇ ਕਰਕੇ ਜਾਣਿਆ ਜਾਂਦਾ ਨਾ ਜੀ। ਪੰਜਾਬ ਦਾ ਜੇ ਸਭ ਤੋਂ ਪੁਰਾਣਾ ਜਿਹੜਾ ਸੀ ਉਹ ਸਿੰਧ ਘਾਟੀ ਤੋਂ ਆਪਾਂ ਸ਼ੁਰੂ ਕਰਦੇ ਹਾਂ। ਤੇ ਹੁਣ ਉੱਥੇ ਹੈ ਵੀ ਉੱਥੇ ਉਹ ਉੱਥੋਂ ਗੀਤ ਵੀ ਬਹਾ ਕੇ ਲਿਆਉਂਦੀਆਂ ਨੇ, ਉੱਥੋਂ ਸੱਭਿਆਚਾਰ ਵੀ ਬਹਾ ਕੇ ਲਿਆਉਂਦੀਆਂ ਨੇ। ਹਾਂ, ਜਿੰਦੂਆ ਦਾ ਆਪਾਂ ਜ਼ਿਕਰ ਜਿਹੜਾ ਆਪਾਂ ਇਸੇ ਕਰਕੇ ਕਰਦੇ। ਜਿੰਦੂਆ ਤਾਂ ਵੈਸੇ ਬੇਸਿਕਲੀ ਤਾਂ ਜਿਹੜਾ ਚੰਬੇ ਦਾ ਇਲਾਕਾ ਹੈ, ਤੇ ਜਾਂ ਜਿਹੜਾ ਡੋਗਰੀ ਜੰਮੂ ਦਾ ਇਲਾਕਾ ਹੈ, ਇਹ ਜਿਹੜਾ ਪਠਾਨਕੋਟ ਦੇ ਉੱਪਰਲਾ ਇਲਾਕਾ ਹੈ, ਹੁਣ ਉੱਥੋਂ ਦਾ ਉਹ ਨਾਇਕ ਹੈ, ਤੇ ਜਿਹੜਾ ਸਾਡੇ ਮਾਲਵੇ ਦੇ ਵਿੱਚ ਵੀ ਉਵੇਂ ਹੀ ਗਾਇਆ ਜਾਂਦਾ ਜਿੰਦੂਆ। ਹਾਂਜੀ, ਤੇ ਹੋਰ ਵੀ ਕਈ ਇਹੋ ਜਿਹੇ ਸ਼ਬਦ ਆ ਜਿਹੜੇ ਮੈਂ ਤੁਹਾਡੀ ਚੱਲ ਜਿੰਦੂਆ ਕਿਤਾਬ ਵੀ ਹੈਗੀ ਆ ਤੁਹਾਡੀ। ਹਾਂਜੀ, ਹਾਂ। ਤੇ ਹੋਰ ਜਿਵੇਂ ਹੋਰ ਸ਼ਬਦ ਮਾਣੂ ਆ, ਹਾਂ, ਇਹ ਵੀ ਹੁਣ ਚੰਬੇ ਦੇ ਇਲਾਕੇ ਦਾ ਸ਼ਬਦ ਹੈ, ਤੇ ਡੋਗਰੀ ਦੇ ਵਿੱਚ ਵੀ ਚੱਲਦਾ। ਤੇ ਅੱਗੇ ਜੇ ਆਪਾਂ ਹੋਰ ਭਾਸ਼ਾਵਾਂ ਦੇ ਵਿੱਚ ਵੀ ਆ ਜਾਂਦਾ ਮਾਣੂ, ਜਿਵੇਂ ਆਪਾਂ ਗੱਭਰੂ ਕਹਿੰਦੇ ਆ। ਹਾਂਜੀ, ਹਾਂ, ਤੇ ਜਿਵੇਂ ਸਾਡੇ ਗੀਤ ਹੈ ਨੂਰਪੁਰੇ ਨਾ ਜਾਈ ਵੇ ਢੋਲ ਪਤਲੇ ਆਵੇ ਮਾਣੂ, ਹਨਾ, ਪਤਲੇ ਆਵੇ ਮਾਣੂ। ਤੇ ਸਾਡੇ ਲੇਖਕਾਂ ਨੇ ਮਾਣੂ ਸ਼ਬਦ ਨਾਨਕ ਸਿੰਘ ਨੇ ਬਹੁਤ ਵਰਤਿਆ ਆਪਣੇ ਨਾਵਲਾਂ 'ਚ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਬਹੁਤ ਵਰਤਿਆ ਜੀ। ਤੇ ਜਿਹੜਾ ਹੈਗਾ ਇਹ ਉਹੀ ਤਾਂ ਗੱਲ ਆ ਵੀ ਜਿਹੜੇ ਇਹ ਦਰਿਆਵਾਂ ਦੀ ਸਾਂਝ ਸੀ, ਪਾਣੀਆਂ ਦੀ ਸਾਂਝ ਸੀ, ਕਿਤੇ ਉਹ ਸਾਰਾ ਉਹਨਾਂ ਦਾ ਸੱਭਿਆਚਾਰ ਵੀ ਪਹਾੜੀ ਜਿਹੜਾ ਮਹਾ ਪੰਜਾਬ ਦੀ ਗੱਲ ਕਰੀਏ ਤਾਂ ਉਹ ਸਾਰਾ ਜਿਹੜਾ ਮਿਲਦਾ ਸੀਗਾ ਆਪਸ 'ਚ। ਨਹੀਂ, ਬਿਲਕੁਲ। ਦੇਖੋ ਜਿਹੜਾ ਕਈ ਚੀਜ਼ਾਂ ਤੁਹਾਡੀਆਂ ਬਿਲਕੁਲ ਕਾਮਨ ਹੁੰਦੀਆਂ ਨੇ, ਸਾਂਝੀਆਂ ਹੁੰਦੀਆਂ ਨੇ, ਜਿਹੜੀਆਂ ਤੁਹਾਡੀ ਲਾਈਫ ਲਾਈਨ ਨਾਲ ਜੁੜੀਆਂ, ਭਾਵੇਂ ਉਹ ਦਰਿਆ ਨੇ, ਦਰਿਆਵਾਂ ਦੇ ਕਿਨਾਰੇ ਨੇ। ਦੇਖੋ ਜਦੋਂ ਨਦੀਆਂ ਪਹਾੜ ਦੇ ਵਿੱਚ ਨੇ, ਉਹ ਪ੍ਰੋਟੈਕਟਡ ਨੇ। ਤੁਸੀਂ ਦੇਖਿਆ ਹੋਵੇ ਦੋਨੇ ਪਾਸੇ ਉਹਦੇ ਪਹਾੜਾਂ ਦੇ ਕਿਨਾਰੇ ਨੇ। ਜਦੋਂ ਨਦੀ ਮੈਦਾਨ ਦੇ ਵਿੱਚ ਆਉਂਦੀ ਹੈ, ਆਜ਼ਾਦ ਵੀ ਹੁੰਦੀ ਆ ਉਹ ਪੱਥਰਾਂ ਤੋਂ, ਤੇ ਉਹ ਫਿਰ ਆਪਣੇ ਖੁੱਲੇ ਉਹਦੇ ਨਾਲ ਜਾਂਦੀ ਹੈ, ਜਿੱਧਰ ਨੂੰ ਉਹਦਾ ਦਿਲ ਕਰਦਾ ਉਧਰ ਨੂੰ ਵਹਿੰਦੀ ਹੈ। ਦਰਿਆ, ਨਦੀ, ਚਲੋ ਕੁਝ ਵੀ ਹੈ। ਤੇ ਪਰ ਨਾਲ ਨਾਲ ਇਹ ਵੀ ਉਹ ਪ੍ਰੋਟੈਕਟਡ ਵੀ ਨਹੀਂ ਫਿਰ ਰਹਿੰਦੀ ਜੀ। ਤੇ ਉਹਨੂੰ ਆਪਣੇ ਤਰੀਕੇ ਨਾਲ ਆਪਾਂ ਤੁਸੀਂ ਬੰਨ ਸ਼ਬਦ ਸੁਣਿਆ ਹੋਣਾ, ਜਦੋਂ ਕਦੇ ਹੜ੍ਹ ਹੁੰਦਾ ਕਹਿੰਦੇ ਤੁਸੀਂ ਬੰਨ ਲਾ ਦਿਓ ਜੀ। ਅੱਛਾ। ਤੇ ਉਹਦਾ ਜਿਹੜਾ ਆਪਣਾ ਮੁਹਾਨ ਹੈ ਦਰਿਆ ਦਾ ਜੀ, ਤੇ ਉਹ ਬਦਲ ਜਾਂਦਾ ਹੈ। ਕਿਸੇ ਵੇਲੇ ਕਹਿੰਦੇ ਵੀ ਜਿਹੜਾ ਇਹ ਘੱਗਰ ਦਰਿਆ ਹੈ ਹੁਣ, ਹਾਂਜੀ, ਤੇ ਇਹ ਬਾਂਗਰ ਦਾ ਇਲਾਕਾ ਬੜਾ ਉਪਜਾਊ ਸੀ, ਜਿਹਦੇ ਕਰਕੇ ਮਤਲਬ ਕਿ ਬਾਂਗਰ ਦਾ ਮਤਲਬ ਹੀ ਹੁੰਦਾ ਉੱਪਰਲਾ ਏਰੀਆ, ਜਿੱਧਰ ਦਰਿਆ ਆਪਣੀ ਮਿੱਟੀ ਜੋੜਦਾ, ਇੱਕ ਪਾਸੇ ਖੋਰਦਾ, ਇੱਕ ਪਾਸੇ ਜੋੜਦਾ। ਕਿਹਾ ਜਾਂਦਾ ਕਿਸੇ ਵੇਲੇ ਸਤਲੁਜ ਵੀ ਇੱਧਰ ਦੀ ਚੱਲਦਾ ਸੀ, ਕਿਸੇ ਵੇਲੇ ਸਤਲੁਜ ਬਠਿੰਡੇ ਦੇ ਕਿਲੇ ਦੇ ਕੋਲ ਦੀ ਲੰਘਦਾ ਸੀ। ਅੱਛਾ ਜੀ। ਤੇ ਮਤਲਬ ਕਿ ਇਸ ਤਰੀਕੇ ਨਾਲ ਉਹ ਆਪਣਾ ਰਾਹ ਬਦਲਦੇ, ਦਰਿਆ ਵੀ ਰਾਹ ਬਦਲ ਲੈਂਦੇ, ਰਾਹ ਬਦਲਦੇ। ਤੇ ਪਰ ਨਾਲ ਨਾਲ ਪਹਿਰਾਵਾ, ਰਹਿਣ ਸਹਿਣ, ਖਾਣ ਪੀਣ। ਹੁਣ ਤੁਸੀਂ ਦਰਿਆਵਾਂ ਦੀ ਗੱਲ ਕੀਤੀ ਹੈ, ਤੇ ਪੰਜਾਬ ਦੇ ਵਿੱਚ, ਪੰਜਾਬੀ ਦੇ ਵਿੱਚ ਕਿੰਨੀ ਸ਼ਬਦਾਵਲੀ ਇਸੇ ਕਰਕੇ ਖਤਮ ਹੋ ਜਾਏਗੀ ਕਿ ਦਰਿਆ ਨਹੀਂ ਰਹੇ। ਬੇੜੀਆਂ ਖਤਮ ਹੋ ਗਈਆਂ, ਚੱਪੂ ਸ਼ਬਦ ਖਤਮ ਹੋ ਗਿਆ, ਵੰਝ ਸ਼ਬਦ ਖਤਮ ਹੋ ਗਿਆ, ਮਲਾਹ ਖਤਮ ਹੋ ਗਿਆ, ਮਲਾਹਾਂ ਦੀਆਂ ਹੇਕਾਂ ਖਤਮ ਹੋ ਗਈਆਂ। ਕਿੰਨਾ ਆਪਣਾ ਸਾਹਿਤ ਕਿੰਨਾ ਭਰਿਆ ਪਿਆ ਜੀ ਇਹਨਾਂ ਨਾਲ। ਪਾਰ ਲੰਘਣ ਦੇ ਨਾਲ ਜੇ ਗੱਲ ਕਰੀਏ, ਬੇੜੀ ਪਾਰ ਲੰਘਾ ਦੇ, ਪੱਤਣ ਸ਼ਬਦ ਹੁਣ ਜੇ ਤੁਸੀਂ ਕਹਿੰਦੇ, ਹਾਂਜੀ, ਇਹ ਸਾਰਾ ਜੇ ਦਰਿਆ ਨਹੀਂ ਹੋਣਗੇ ਪੰਜਾਬ 'ਚ ਤੇ ਇਹ ਸਾਰਾ ਕਹ ਲਓ ਵੀ ਆਪਣਾ ਰਿਸ਼ਤਾ ਹੀ ਤੁਸੀਂ ਗੱਲ ਕੀਤੀ ਨਾ ਵੀ ਪਹਾੜਾਂ ਤੋਂ ਕਿਵੇਂ ਜਿਹੜਾ ਲੈ ਕੇ ਆਉਂਦੇ ਨੇ ਸ਼ਬਦ। ਚੰਬੇ ਦੇ ਇਲਾਕੇ ਦਾ ਇੱਕ ਗੀਤ ਹੈ, ਅਲਗੋਜਾ ਵੱਜਦਾ ਪਤਨੇ ਕੀ, ਮੇਰਾ ਦਿਲ ਨਹੀਂ ਲੱਗਦਾ ਕਤਣੇ ਕੀ, ਉਹ ਯਾਰਾ ਅਲਗੋਜੂਆ। ਮਤਲਬ ਕਿ ਹੁਣ ਦੇਖੋ ਉਹਦੇ ਸਾਜ਼ ਦਾ ਵੀ ਜ਼ਿਕਰ ਆ ਗਿਆ, ਪੱਤਣ ਦਾ ਵੀ ਜ਼ਿਕਰ ਆ ਗਿਆ। ਹਾਂ ਜੀ, ਅਲਗੋਜਿਆਂ ਦਾ। ਤੇ ਇਸ ਤਰੀਕੇ ਦੇ ਨਾਲ ਇਹ ਜਦੋਂ ਤੱਕ ਖਾੜੀ 'ਚ ਜਾ ਕੇ ਦਰਿਆ ਡਿੱਗਦਾ ਨਹੀਂ, ਸਮੁੰਦਰ ਨੂੰ ਹਾਸਲ ਨਹੀਂ ਕਰਦਾ, ਬੜਾ ਕੁਝ ਰੋੜ ਕੇ ਲੈ ਕੇ, ਬੜਾ ਕੁਝ ਲੈ ਕੇ ਜਾਂਦਾ, ਬੜਾ ਕੁਝ ਛੱਡ ਕੇ ਜਾਂਦਾ। ਸਰ
ਆਪਾਂ ਤੁਹਾਡੀ ਰਚਨਾ ਦੀ ਗੱਲ ਕਰ ਰਹੀਏ, ਤੁਹਾਡੀ ਸਿਰਜਣਾ ਦੀ ਗੱਲ ਕਰ ਰਹੀਏ, ਤੁਹਾਡਾ ਥੋੜਾ ਜਿਹਾ ਨਾ ਜਿਹੜਾ ਮੈਂ ਕੰਮ ਦੇਖਿਆ, ਤੁਸੀਂ ਰਿਸਰਚ ਵਰਕ ਬਹੁਤ ਜ਼ਿਆਦਾ ਕਰਿਆ, ਜਿਵੇਂ ਚਾਹੇ ਉਹ ਸਾਹਿਤਕ ਪੱਤਰਕਾਰੀ ਨੂੰ ਲੈ ਕੇ ਹੋ ਗਏ, ਚਾਹੇ ਉਹ ਪੁਆਧੀ ਅਖਾੜੇ ਨੂੰ ਲੈ ਕੇ ਹੋ ਗਿਆ, ਚਾਹੇ ਬਾਬੂ ਸਿੰਘ ਮਾਨ ਜੀ ਦੇ ਚੋਣਵੇਂ ਗੀਤਾਂ ਦੀ ਇੱਕ ਕਿਤਾਬ ਛਾਪਣ ਦਾ ਹੋ ਗਿਆ। ਰਿਸਰਚ ਵਰਕ ਕਰਨਾ ਤੁਹਾਨੂੰ ਜ਼ਿਆਦਾ ਪਸੰਦ ਹੈ ਜੀ? ਨਹੀਂ, ਕਈ ਵਾਰੀ ਗੱਲ ਤੁਹਾਡੇ ਪਸੰਦ ਦੀ ਨਹੀਂ ਹੁੰਦੀ। ਕਈ ਵਾਰੀ ਗੱਲ ਇਹ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੰਮ ਕਰਨਾ ਚਾਹੀਦਾ ਵੀ ਜੇ ਮੈਂ ਨਾ ਕੀਤਾ ਸ਼ਾਇਦ ਕੋਈ ਕਰੇ ਹੀ ਨਾ ਜੀ। ਤੇ ਜਦੋਂ ਤੁਸੀਂ ਪੰਜਾਬੀ ਸਾਹਿਤਕ ਪੱਤਰਕਾਰੀ ਦੀ ਗੱਲ ਕੀਤੀ ਹੈ, ਮੈਂ ਵਿਦਿਆਰਥੀ ਸੀ ਪੱਤਰਕਾਰੀ ਦਾ, ਮੇਰੇ ਟੀਚਰ ਕਹਿਣ ਲੱਗੇ ਕਿ ਆਹ ਇੱਕ ਇਦਾਂ ਦਾ ਸਬਜੈਕਟ ਹੈ ਜਿਹਦੇ ਤੇ ਕੰਮ ਨਹੀਂ ਹੋਇਆ, ਇਹ ਹੈ ਬੜਾ ਚੈਲੰਜਿੰਗ ਜੀ। ਤੇ ਮੈਂ ਫਿਰ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਰਾਂਗਾ। ਮੈਂ ਉਹ ਸ਼ੁਰੂ ਕੀਤਾ। ਉਹ ਸ਼ੁਰੂ ਜਦੋਂ ਮੈਂ ਕੀਤਾ ਮੈਨੂੰ ਇਸ ਵੀ ਚਲੋ ਇੱਕ ਮਾਸਟਰ ਡਿਗਰੀ ਦਾ ਡਾਇਟੇਸ਼ਨ ਲਿਖਣਾ ਇੰਨਾ ਕਿੰਨਾ ਕੁ ਕੰਮ ਹੋ ਸਕਦਾ। ਮੋਸਟਲੀ ਲੋਕ ਕੰਟੈਂਟ ਐਨਾਲਿਸਿਸ ਤੇ ਕੰਮ ਲੈਂਦੇ ਆ ਵੀ ਤੁਸੀਂ 2 ਅਖਬਾਰ ਲੈ ਲਏ, ਉਹਨਾਂ ਅਖਬਾਰਾਂ ਦੀਆਂ 6 ਮਹੀਨਿਆਂ ਦੀਆਂ ਖਬਰਾਂ ਲੈ ਲਈਆਂ, ਉਹ ਪਾੜ ਕੇ ਕਰਕੇ ਉਹਨਾਂ ਦਾ ਕੰਟੈਂਟ ਐਨਾਲਿਸਿਸ ਕਰ ਲਿਆ, ਇੱਕ ਥਾਂ ਤੇ ਬੈਠ ਕੇ ਕਰ ਸਕਦੇ ਹੋ। ਹੁਣ ਮੇਰੇ ਲਈ ਚੈਲੰਜ ਇਸ ਕਰਕੇ ਬਣਿਆ, ਪੰਜਾਬੀ ਦਾ ਜਿਹੜਾ ਪਹਿਲਾ ਸਾਹਿਤਕ ਮੈਗਜ਼ੀਨ ਮੰਨਿਆ ਜਾਂਦਾ ਉਹ ਪ੍ਰੀਤਮ ਮੰਨਿਆ ਜਾਂਦਾ ਤੁਹਾਡੇ ਨਾਂ ਤੇ? ਹਾਂ, ਕੁਦਰਤੀ ਉਹਦਾ ਨਾਂ ਇਹ ਸੀਗਾ ਜੀ। ਤੇ ਉਹ ਪਰ ਜਦੋਂ ਮੈਂ ਇਸ ਪਾਸੇ ਪਿਆ ਫਿਰ ਮੈਨੂੰ ਇਸ ਗੱਲ ਦੀ ਸਮਝ ਆਈ ਵੀ ਸਾਹਿਤਕ ਪੱਤਰਕਾਰੀ ਜਿਹੜੀ ਹੈ ਕੋਈ ਏਡਾ ਸਿਰਫ ਇਹ ਕਹਿਣ ਦੀ ਗੱਲ ਨਹੀਂ ਕਿ ਇੱਕ ਲਿਟਰੇਰੀ ਮੈਗਜ਼ੀਨ ਛਾਪਣਾ ਸਾਹਿਤਕ ਪੱਤਰਕਾਰੀ ਹੈ। ਸਾਹਿਤਕ ਪੱਤਰਕਾਰੀ ਤਾਂ ਪੱਤਰਕਾਰੀ ਦਾ ਇੱਕ ਅਟੁੱਟ ਜਿਹੜਾ ਹੈਗਾ ਅੰਗ ਹੈ। ਤੇ ਮੈਨੂੰ ਇੱਕ ਵਾਰੀ ਯਾਦ ਹੈ ਗੱਲ, ਡਾਕਟਰ ਰਵਿੰਦਰ ਰਵੀ ਸਾਡੇ ਵਿਚਕਾਰ ਹੁਣ ਨਹੀਂ ਰਹੇ ਤੇ ਬੜੇ ਵੱਡੇ ਸਕਾਲਰ ਸੀਗੇ ਉਹ ਪੰਜਾਬੀ ਦੇ ਜੀ। ਤੇ ਉਹਨਾਂ ਨੇ ਸਾਹਿਤਕ ਪੱਤਰਕਾਰੀ ਤੇ ਅਸੀਂ ਇੱਕ ਸੈਮੀਨਾਰ ਰੱਖਿਆ, ਉੱਥੇ ਉਹਨਾਂ ਨੇ ਇੱਕ ਗੱਲ ਕੀਤੀ ਬੜੀ ਕਮਾਲ ਦੀ, ਸਾਹਿਤ ਤੇ ਪੱਤਰਕਾਰੀ ਦੀ ਸਾਂਝ ਬਾਰੇ। ਤੇ ਮੈਂ ਅਕਸਰ ਕਈ ਵਾਰੀ ਇਹ ਗੱਲ ਕਰਦਾ, ਉਹ ਕਹਿੰਦੇ ਵੀ ਕਿਸੇ ਨੂੰ ਜਿਹੜਾ ਹੈਗਾ ਪੁੱਛਿਆ ਵੀ ਸਾਹਿਤ ਤੇ ਪੱਤਰਕਾਰੀ ਦੀ ਸਾਂਝ ਕਿੱਥੇ ਹੈ ਜਾਂ ਕਿੱਥੋਂ ਸਾਹਿਤ ਖਤਮ ਹੁੰਦਾ, ਪੱਤਰਕਾਰੀ ਸ਼ੁਰੂ ਹੁੰਦੀ ਹੈ, ਕਿੱਥੋਂ ਪੱਤਰਕਾਰੀ ਖਤਮ ਹੁੰਦੀ ਹੈ, ਸਾਹਿਤ ਸ਼ੁਰੂ ਹੁੰਦਾ। ਉਹਨਾਂ ਨੇ ਫਿਰ ਇੱਕ ਜਿਹੜੀ ਹੈ ਇੱਕ ਉਦਾਹਰਨ ਦਿੱਤੀ। ਉਹ ਕਹਿੰਦੇ ਕੋਈ ਬੰਦਾ ਗੰਜਾ ਸੀਗਾ ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਾਂ ਲੋਕ ਮਜ਼ਾਕ ਤਾਂ ਨਹੀਂ ਕਰਦੇ ਜਾਂ ਹੋਰ? ਉਹ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਕਹਿੰਦਾ ਮੂੰਹ ਧੋਣ ਵੇਲੇ ਪ੍ਰੋਬਲਮ ਆਉਂਦੀ ਹੈ। ਕਹਿੰਦਾ ਉਹ ਕੀ ਪ੍ਰੋਬਲਮ ਹੁੰਦੀ ਹੈ? ਕਹਿੰਦਾ ਮੈਨੂੰ ਐ ਨਹੀਂ ਪਤਾ ਲੱਗਦਾ ਮੇਰਾ ਮੱਥਾ ਕਿੱਥੇ ਖਤਮ ਹੋ ਗਿਆ, ਕਿੱਥੋਂ ਸਿਰ ਸ਼ੁਰੂ ਹੋ ਗਿਆ। ਤੇ ਉਹ ਗੱਲ ਬੜੀ ਭਾਵੇਂ ਆਪਾਂ ਡਾਕਟਰ ਰਵੀ ਹੋਰਾਂ ਨੇ ਬੜੀ ਕਮਾਲ ਦੀ ਗੱਲ ਕੀਤੀ। ਇਦਾਂ ਦੀ ਇਹੀ ਸਾਂਝ ਲਿਟਰੇਚਰ ਦੀ ਹੈ। ਜੇ ਵੱਡੇ ਤੁਸੀਂ ਦੁਨੀਆ ਦੇ ਲੇਖਕਾਂ ਨੂੰ ਲਵੋ, ਹੈਮਿੰਗਵੇ ਦੇਖੋ ਪੱਤਰਕਾਰ ਸੀਗੇ ਐਡੇ ਵੱਡੇ ਜਿਨ੍ਹਾਂ ਨੇ ਲਿਖੇ ਜਿਹੜਾ ਹੈਗਾ, ਤੇ ਜਿਨ੍ਹਾਂ ਨੇ ਓਲਡ ਮੈਨ ਐਂਡ ਦਾ ਸੀ ਵਰਗੀਆਂ ਰਚਨਾਵਾਂ ਲਿਖੀਆਂ। ਤੇ ਕਿੰਨੇ ਸਾਡੇ ਦੇਸ਼ ਦੇ ਜਿਹੜੇ ਲੋਕ ਸੀ, ਕਿੰਨੇ ਸਾਹਿਤ ਚੋਂ ਪੱਤਰਕਾਰੀ ਚ ਗਏ। ਖੁਸ਼ਵੰਤ ਸਿੰਘ ਹੋਰਾਂ ਨੇ ਕਿੰਨਾ ਜਿਹੜੀ ਹੈਗੀ ਟ੍ਰੇਨ ਟੂ ਪਾਕਿਸਤਾਨ ਵਰਗਾ ਨਾਵਲ ਲਿਖਣਾ, ਤੇ ਜਾਂ ਕਿੰਨੀਆਂ ਮਾਰਕੋ ਵਿਸ਼ਨੂੰ ਵਰਗੀਆਂ ਕਹਾਣੀਆਂ ਲਿਖਣੀਆਂ। ਕਿੱਥੇ ਉਹ ਜਿਹੜੀ ਹਾਈਟ ਹੈ ਖੁਸ਼ਵੰਤ ਸਿੰਘ ਹੋਰਾਂ ਦੀ ਪੱਤਰਕਾਰੀ ਦੇ ਵਿੱਚ ਵੀ, ਉਹ ਬਹੁਤ ਉੱਚਾ ਉਹਨਾਂ ਦਾ ਥਾਂ ਸੀ। ਸੋ ਮੈਨੂੰ ਫਿਰ ਇਹ ਮੇਰੇ ਲਈ ਬੜਾ ਚੈਲੰਜਿੰਗ ਹੋ ਗਿਆ ਕੰਮ ਵੀ ਇਕੱਲੇ ਇੱਥੇ ਪ੍ਰੀਤਮ ਤੋਂ ਸ਼ੁਰੂ ਕਰਕੇ ਜਾਂ ਜਿਹੜੇ ਹੁਣ ਮੌਜੂਦਾ ਅਖਬਾਰ ਮੈਗਜ਼ੀਨ ਨੇ ਉੱਥੋਂ ਤੱਕ ਨਿਬੇੜਨਾ। ਮੈਨੂੰ ਜਲੰਧਰ ਘੱਟੋ ਘੱਟ ਮਹੀਨਾ 1.5 ਮਹੀਨਾ ਲਾਉਣਾ ਪਿਆ। ਜਿਹੜੀ ਗਦਰ ਲਹਿਰ ਸੀਗੀ, ਗਦਰ ਲਹਿਰ ਵੇਲੇ ਜੋ ਪੱਤਰਕਾਰੀ ਦਾ ਜਿਹੜਾ ਟਿੰਟ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਉਹਦੇ ਵਿੱਚ ਅੰਸ਼ ਸੀਗਾ ਉਸ ਵੇਲੇ ਦੇ, ਜਿਹੜਾ ਗਦਰ ਹਿੰਦੁਸਤਾਨ ਗਦਰ ਅਖਬਾਰ ਦੇ ਵਿੱਚ, ਉਹ ਤਾਂ ਸਾਰਾ ਹੀ ਲਿਟਰੇਰੀ ਭਾਸ਼ਾ ਦੇ ਵਿੱਚ ਹੁੰਦਾ ਸੀ। ਗੱਲ ਭਾਵੇਂ ਉਹਦੇ 'ਚ ਤਿੱਖੀ ਹੁੰਦੀ ਸੀ। ਵੈਸੇ ਲਿਟਰੇਚਰ ਦਾ ਬਹੁਤ ਵੱਡਾ ਕਹਿ ਲਓ ਵੀ ਸਮਾਜ ਨੂੰ ਬਦਲਣ ਦੇ ਪਿੱਛੇ ਵੀ ਲਿਟਰੇਚਰ ਦਾ ਬੜਾ ਕਹਿ ਲਓ ਵੀ ਹੱਥ ਹੁੰਦਾ ਹੈ ਨਾ ਜੀ। ਜਿਹੜੀਆਂ ਐਡੀਆਂ ਲਹਿਰਾਂ ਚੱਲਦੀਆਂ, ਨਹੀਂ ਬਿਲਕੁਲ ਲਹਿਰਾਂ ਤੋਂ ਸਾਹਿਤ ਪ੍ਰਭਾਵਿਤ ਹੁੰਦਾ ਹੈ, ਲਹਿਰਾਂ ਤੋਂ ਪੱਤਰਕਾਰੀ ਪ੍ਰਭਾਵਿਤ ਹੁੰਦੀ ਹੈ। ਫਿਰ ਇਹ ਕਿੱਥੇ ਕਿਸ ਲੈਵਲ ਤੱਕ ਜਿਹੜੀ ਉਹ ਪੱਤਰਕਾਰੀ ਹੈ, ਕਿਸ ਲੈਵਲ ਤੱਕ ਲਿਟਰੇਚਰ ਹੈ। ਹੁਣ ਕੋਈ ਵੱਡੀ ਘਟਨਾ ਵਾਪਰ ਗਈ, ਫਰਜ਼ ਕੀਤਾ, ਖਬਰ ਵਾਲੇ ਨੇ ਤਾਂ ਉਹਨੂੰ ਸਿਰਫ ਖਬਰ ਲਿਖਣਾ, ਆਪਾਂ ਉਹਨੂੰ ਖਬਰ ਲਿਖਣ ਦੇ ਸਟਾਈਲ ਨੂੰ ਸਾਹਿਤ ਵਿਜ਼ਨ ਦਿੰਦਾ। ਹਾਂ ਜੀ, ਨਹੀਂ ਨਾਲੇ ਆਪਾਂ ਖਬਰ ਲਿਖਣ ਨੂੰ ਆਪਾਂ ਇਨਵਰਟਡ ਪਿਰਾਮਿਡ ਇੱਕ ਸਟਾਈਲ ਕਹਿੰਦੇ ਆ ਵੀ ਜਿਹੜੀ ਗੱਲ ਹੈ ਅਸਲ ਉਹ ਸਭ ਤੋਂ ਪਹਿਲਾਂ ਕਰੋ, ਹੈਡਲਾਈਨ ਸਭ ਤੋਂ ਪਹਿਲਾਂ ਲਿਖੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਹੋਇਆ ਕੀ। ਲਿਟਰੇਚਰ 'ਚ ਆਪਾਂ ਨੂੰ ਜਦੋਂ ਆਪਾਂ ਪੂਰਾ ਨਾਵਲ ਪੜ੍ਹ ਲੈਂਦੇ ਹਾਂ ਫਿਰ ਪਤਾ ਲੱਗਦਾ ਵੀ ਕੀ ਹੋਇਆ ਹੈ। ਤੇ ਮਤਲਬ ਕਿ ਇੰਨਾ ਇਹਦਾ ਹੈਗਾ ਇੱਕ ਅੰਤ। ਅੱਛਾ, ਤੁਸੀਂ ਜੇ ਮੈਂ ਗੱਲ ਕਰੀਏ, ਤੁਸੀਂ ਰੰਗਮੰਚ ਨਾਲ ਵੀ ਜੁੜੇ ਰਹੇ ਹੋ, ਤੁਸੀਂ ਫਿਲਮਾਂ 'ਚ ਵੀ ਕੰਮ ਕਰਿਆ, ਤੇ ਤੁਸੀਂ ਮਲਵਈ ਗਿੱਧੇ ਦੇ ਵਿੱਚ ਵੀ ਆਪਣਾ ਕਹਿ ਲਓ ਵੀ ਤੁਹਾਡੀ ਹੁਣ ਹਾਲੇ ਵੀ ਟੀਮ ਹੈਗੀ ਆ। ਉਹ ਗੱਲਾਂ ਵੀ ਕਾਫੀ ਵਾਸਟ ਨੇ, ਪਰ ਮੈਂ ਤੁਹਾਡੀ ਆ ਕਿਤਾਬ ਪੁਆਧੀ ਅਖਾੜੇ ਦੀ ਗੱਲ ਕਰਨੀ ਚਾਹੁੰਦਾ, ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਵੀ ਇਹ ਅਖਾੜੇ 'ਚ ਕੀ ਕੁਝ ਆ। ਅਸਲ ਦੇ ਵਿੱਚ ਅਦਬ ਜੀ ਇਹ ਗੱਲ ਇਹ ਹੈ ਕਿ ਪੁਆਧ ਬਾਰੇ, ਕਿਉਂਕਿ ਮੈਂ ਚੰਡੀਗੜ੍ਹ ਲੰਬਾ ਸਮਾਂ ਰਿਹਾ ਪਹਿਲਾਂ ਵੀ, 1990 'ਚ ਮੈਂ ਆ ਗਿਆ ਸੀ, 96 ਤੱਕ ਫਿਰ ਦਿੱਲੀ ਰਿਹਾ, ਦਿੱਲੀ ਤੋਂ ਫਿਰ ਵਾਪਸ ਆਇਆ। ਜਦੋਂ ਮੈਂ ਚੰਡੀਗੜ੍ਹ ਨੂੰ ਜਾਣਨਾ ਚਾਹਿਆ, ਮੈਨੂੰ ਲੱਗਿਆ ਕਿ ਅਸਲ ਦੇ ਵਿੱਚ ਜਿਹੜਾ ਚੰਡੀਗੜ੍ਹ ਹੈ ਨਾ ਜੀ, ਇਹ ਪੁਆਧ ਹੈ। ਪੁਆਧ ਦਾ ਜਿਹੜਾ ਸੈਂਟਰ ਹੈ, ਜਿਹਨੂੰ ਆਪਾਂ ਐਪੀ ਸੈਂਟਰ ਕਹਿੰਦੇ ਆ, ਉਹ ਚੰਡੀਗੜ੍ਹ ਹੈ। ਪਰ ਚੰਡੀਗੜ੍ਹ 'ਚ ਕਿਤੇ ਪੁਆਧ ਤੁਹਾਨੂੰ ਦਿਸਦਾ ਨਹੀਂ।
ਤੇ ਪਹਿਲੀ ਗੱਲ ਤਾਂ ਚਲੋ ਇਸ ਪਾਸੇ ਪੋਲੀਟੀਕਲ ਗੱਲਾਂ ਨੇ ਕਿ ਇੱਥੋਂ ਪੰਜਾਬੀ ਖਤਮ ਕੀਤੀ ਜਾਂ ਹੋਰ ਹੈ। ਮੈਂ ਕਹਿੰਦਾ ਕਿ ਸੱਭਿਆਚਾਰਕ ਤੌਰ ਤੇ ਜੇ ਆਪਾਂ ਦੇਸ਼ ਜਦੋਂ ਆਪਾਂ ਪੰਜਾਬ ਨੂੰ ਮੰਨਦੇ ਹਾਂ ਤੇ ਫਿਰ ਇਹ ਜਿਹੜਾ ਪੁਆਧ ਇਹਦਾ ਇੱਕ ਵੱਡਾ ਹਿੱਸਾ ਪੰਜਾਬ ਦਾ ਇਹ ਬਿਲਕੁਲ ਖਤਮ ਇੱਕ ਤਰੀਕੇ ਨਾਲ ਹੋ ਗਿਆ, ਕਿਉਂਕਿ ਕੁਛ ਹਿੱਸਾ ਹਰਿਆਣੇ ਚਲਾ ਗਿਆ, ਉਹ ਹਰਿਆਣੇ ਦਾ ਪਾਰਟ ਬਣ ਕੇ ਰਹਿ ਗਿਆ, ਕੁਛ ਹਿਮਾਚਲ ਚਲਾ ਗਿਆ, ਹਿਮਾਚਲ ਦਾ ਪਾਰਟ ਬਣ ਕੇ ਰਹਿ ਗਿਆ, ਜਿਹੜਾ ਬਚਿਆ ਖੁਚਿਆ ਰੋਪੜ ਦਾ ਇਲਾਕਾ ਜਾਂ ਹੋਰ ਹੈ ਚੰਡੀਗੜ੍ਹ ਯੂਟੀ ਬਣ ਗਿਆ। ਪੁਆਧ ਇਸ ਤਰੀਕੇ ਨਾਲ ਵੰਡਿਆ ਗਿਆ। ਜਦੋਂ ਆਪਾਂ ਵੈਸੇ ਵੀ ਪੰਜਾਬ ਦੀ ਗੱਲ ਕਰਦੇ ਹਾਂ ਨਾ, ਜੇ ਆਪਾਂ ਮਾਝੇ ਮਾਲਵੇ ਦੁਆਬੇ ਦੀ ਗੱਲ ਕਰਦੇ ਹਾਂ, ਪੁਆਧ ਦਾ ਜ਼ਿਕਰ ਹੀ ਨਹੀਂ ਹੁੰਦਾ ਕਿਤੇ। ਵੱਡਾ ਨੁਕਸਾਨ ਪੁਆਧ ਦਾ ਹਾਂ, ਹਾਲਾਂਕਿ ਇਹ ਵੱਡਾ ਖਿੱਤਾ ਇਹ ਸੀਗਾ ਪਟਿਆਲਾ ਰਿਆਸਤ, ਨਾਲਾਗੜ੍ਹ ਰਿਆਸਤ, ਕਲਸੀਆ ਰਿਆਸਤ ਤੇ ਕੁਛ ਜਿਹੜੇ ਹੋਰ ਜਿਹੜੇ ਆ ਪਹਾੜੀ ਜਿਹੜੇ ਇਧਰਲੇ ਇਲਾਕੇ, ਇਹ ਸਾਰਾ ਪੁਆਧ ਸੀਗਾ। ਮਤਲਬ ਕਿ ਇਹਨੂੰ ਪੂਰਵ ਆਦ ਤੋਂ ਇਹ ਸ਼ਬਦ ਜਿਹੜਾ ਵਿਗੜ ਕੇ ਪੁਆਧ ਬਣਿਆ। ਤੇ ਇੱਥੋਂ ਦੀ ਜਿਹੜੀ ਭਾਸ਼ਾ ਹੈ ਜਾਂ ਜਿਹੜੀ ਬੋਲੀ ਹੈ, ਲੋਕਾਂ ਨੂੰ ਭਾਵੇਂ ਇਹ ਲੱਗਦਾ ਵੀ ਬੜੀ ਹਿੰਦੀ ਦੇ ਇਹ ਨੇੜੇ ਹੈ ਜਾਂ ਹਿੰਦੀ ਵਰਗੀ ਹੈ, ਕਿਆ ਕਿਆ ਕਰਦੇ ਕਿਆ ਕਰਾਂ, ਹਾਂ। ਤੇ ਉਹ ਪਰ ਜਾਂ ਜਿਵੇਂ ਇਹ ਪਿੰਡ ਨੂੰ ਵੀ ਪਿੰਡ ਨਹੀਂ ਕਹਿੰਦੇ, ਗਾਮ ਕਹਿੰਦੇ ਆ, ਗ੍ਰਾਮ ਕਹਿੰਦੇ ਆ ਨਾ, ਗਰਾਂ ਕਹਿੰਦੇ ਆ। ਤੇ ਉਹ ਪਰ ਇਦਾਂ ਭਾਸ਼ਾ ਦੇ ਤਾਂ ਆਪਾਂ ਇਦਾਂ ਵੰਡੀ ਨਹੀਂ ਪਾ ਸਕਦੇ। ਪਰ ਇੱਥੋਂ ਦਾ ਜਿਹੜਾ ਸੱਭਿਆਚਾਰ ਸੀ, ਇੱਥੋਂ ਦੀਆਂ ਜਿਹੜੀਆਂ ਉਹਦਾ ਗਾਣਾ ਵੀ ਹੈਗਾ ਨਾ ਕਿ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ। ਹਾਂਜੀ ਬਿਲਕੁਲ ਹੈਗਾ। ਪੁਆਧ ਦੀਆਂ ਜੱਟੀਆਂ ਪੁਆਧ ਦੀਆਂ, ਹਾਂ ਪੁਆਧ ਦੀਆਂ ਜੱਟੀਆਂ ਕਿੱਧਰ ਗਈਆਂ, ਇਹੀ ਗੱਲ ਦੇਖਣ ਵਾਲੀ ਹੈ। ਜਿਹੜੇ ਅਖਾੜੇ ਦੇ ਵਿੱਚ ਸਭ ਤੋਂ ਵੱਧ ਜਿਹੜੇ ਚ ਕਿੱਸੇ ਮੈਂ ਸ਼ਾਮਲ ਕੀਤੇ ਉਹ ਆਸਾਰਾਮ ਦੇ ਕੀਤੇ, ਭਗਤ ਆਸਾਰਾਮ ਬੈਦਵਾਨ। ਤੇ ਜੋ ਇਸ ਇਲਾਕੇ ਦਾ ਉਹਦੇ ਵਿੱਚ ਇੰਨਾ ਰੰਗੜੋਪਣਾ ਸੀਗਾ ਉਹਨਾਂ ਦੇ ਵਿੱਚ। ਕਹਿੰਦੇ ਇੱਕ ਵਾਰੀ ਮਹਾਰਾਜਾ ਪਟਿਆਲੇ ਨੇ ਉਹਨਾਂ ਨੂੰ ਬੁਲਾਇਆ ਤੇ ਉਹ ਮਹਾਰਾਜਾ ਪਟਿਆਲੇ ਨੇ ਇਨਾਮ ਦੇਣਾ ਚਾਹਿਆ। ਉਹ ਕਹਿੰਦਾ ਵੀ ਨਹੀਂ, ਮੈਂ ਨਹੀਂ ਇਨਾਮ ਲੈਣਾ, ਮੈਂ ਜ਼ਮੀਨ ਜਾਇਦਾਦ ਵਾਲਾ ਬੰਦਾ ਜਾਂ ਹੋਰ ਹੈ। ਮਤਲਬ ਕਿ ਉਹ ਸਾਰਾ ਕੁਝ ਉਹ ਸੀਗਾ ਜਿਹੜਾ ਆਪਾਂ ਜੱਟੀਆਂ ਦੀ ਜਾਂ ਜੱਟਾਂ ਦੀ ਗੱਲ ਕਰਦੇ ਹਾਂ, ਉਹ ਇੱਥੇ ਵੀ ਸੀਗਾ। ਤੇ ਪਰ ਇੱਕ ਇਹਨਾਂ ਦੇ ਜਿਹੜੇ ਪੁਆਧੀ ਅਖਾੜੇ ਦਾ ਨਾ ਜੀ ਇੱਕ ਕਮਾਲ ਦੀ ਵਿਧਾ ਇਹ। ਹਾਂਜੀ, ਇਹਦੇ 'ਚ ਡਾਂਸ ਵੀ ਹੈ, ਇਹਦੇ 'ਚ ਲੈਕਚਰ ਵੀ ਹੈ, ਇਹਦੇ ਸਿੰਗਿੰਗ ਵੀ ਹੈ, ਤੇ ਇਹਦੇ 'ਚ ਜਿਹੜੀਆਂ ਹੈਗੀਆਂ ਸਾਰੀਆਂ ਚੀਜ਼ਾਂ। ਤੇ ਪਰ ਇੱਕ ਅਗਲੀ ਗੱਲ ਇਹ ਵੀ ਜਿੰਨੇ ਵੀ ਇਹਦੇ 'ਚ ਕਿੱਸੇ ਨੇ ਜੀ, ਉਹ ਸਦਾਚਾਰਕ ਕਦਰਾਂ ਕੀਮਤਾਂ ਨੂੰ ਉਹਦੇ 'ਚ ਇੰਨਾ ਜ਼ਿਆਦਾ ਜਗ੍ਹਾ ਦਿੱਤੀ ਗਈ ਹੈ। ਭਾਵੇਂ ਛੋਟੇ ਛੋਟੇ ਕਿੱਸੇ ਨੇ ਤੇ ਜੇ ਸਾਡੀਆਂ ਲੋਕ ਕਥਾਵਾਂ ਵਾਲੇ ਕਿੱਸੇ ਵੀ ਇਹਨਾਂ ਦੇ ਵਿੱਚ ਹੈਗੇ ਆ। ਕੁਛ ਉਹ ਲੋਕ ਕਥਾਵਾਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਬਾਕੀ ਸਾਡੇ ਪੰਜਾਬੀ ਦੇ ਲਿਟਰੇਚਰ ਵਿੱਚ ਕਿਤੇ ਨਜ਼ਰ ਨਹੀਂ ਆਉਂਦੀਆਂ। ਇਹਦੇ 'ਚ ਮਹਾਭਾਰਤ ਵੀ ਹੈਗਾ, ਇਹਦੇ 'ਚ ਰਮਾਇਣ ਵੀ ਹੈਗੀ ਹੈ, ਹਾਂਜੀ। ਪਰ ਜਦੋਂ ਇਹਦੀ ਜਿਹੜੀ ਪਰਫਾਰਮੈਂਸ ਉਹ ਦੇਖਣ ਵਾਲੀ ਹੁੰਦੀ ਹੈ ਤੇ ਉੱਥੇ ਸਿੰਗਿੰਗ ਵੀ ਚੱਲ ਰਹੀ ਹੈ, ਨਾਲ ਹਲਕਾ ਹਲਕਾ ਨੱਚ ਵੀ ਰਹੇ ਨੇ। ਅੱਜ ਕੱਲ ਵੀ ਲੱਗਦੇ ਬਹੁਤ, ਹਾਂਜੀ ਅੱਜ ਕੱਲ ਲੱਗਦੇ ਆ, ਪਰ ਉਹ ਥੋੜਾ ਜਿਹਾ ਉਹਨਾਂ ਨੇ ਰੰਗ ਆਪਣਾ ਬਦਲ ਲਿਆ। ਇੱਕ ਤਾਂ ਇਹ ਵੀ ਜਿਹੜਾ ਨੈਰੇਟਰ ਹੈ, ਹਾਂਜੀ, ਜਿਹੜੇ ਬਿਲਕੁਲ ਖਾਲਸ ਜਿਹੜੇ ਪੁਆਧੀ ਬੋਲਦੇ ਸੀ, ਹੁਣ ਥੋੜਾ ਥੋੜਾ ਵਿੱਚ ਪੰਜਾਬੀ ਬੋਲਣ ਲੱਗ ਗਏ। ਉਹ ਪੰਜਾਬੀ ਕੀ ਮੇਰਾ ਕਹਿਣ ਦਾ ਮਤਲਬ ਉਹ ਵੀ ਪੰਜਾਬੀ ਹੈ, ਪਰ ਉਹ ਕੇਂਦਰੀ ਪੰਜਾਬੀ ਵਾਲੀ ਉਹਨਾਂ 'ਚ ਆ ਗਈ ਜਿਹੜੀ ਲਿਖਤੀ ਹਾਂਜੀ ਹਾਂਜੀ ਹਾਂਜੀ। ਤੇ ਉਹ ਪਰ ਉਹ ਜਿਹੜਾ ਰੰਗ ਅਸਲ ਪੁਆਧ ਬੋਲਣ ਵਾਲਾ ਜਿਹੜਾ ਆਪਾਂ ਕਹਿੰਦੇ ਨੇ ਉਹ ਫਲੇਵਰ ਜਿਹੜਾ ਹੈਗਾ ਤੇ ਉਹ ਹੁਣ ਘਟ ਗਿਆ। ਤੇ ਪਰ ਸਿੰਗਿੰਗ ਦੇ ਵਿੱਚ ਸਾਰਾ ਕੁਝ ਉਵੇਂ ਹੀ ਚੱਲਦਾ। ਇਹਦੇ 'ਚ ਦੇਖੋ, ਇਹਦੇ 'ਚ ਬੋਲੀਆਂ ਇਹਦੇ 'ਚ ਨੇ, ਬੈਂਤ ਇਹਦੇ 'ਚ ਹੈ, ਕਵਿਤ ਇਹਦੇ 'ਚ ਹੈ, ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਨਰੇਸ਼ਨ ਜਿਹਨੂੰ ਆਪਾਂ ਇਹ ਨਸਰ ਕਹਿੰਦੇ ਆ, ਤੇ ਉਹ ਇਹਦੇ ਵਿੱਚ ਬੰਦਾ ਬੋਲ ਕੇ ਕਹਾਣੀ ਨੂੰ ਅੱਗੇ ਤੋਰਦਾ। ਨਸ਼ਰ ਨਹੀਂ ਕਹਿੰਦੇ, ਨਸਰ ਕਹਿੰਦੇ। ਹਾਂ, ਇਹ ਨਸਰ ਕਹਿੰਦੇ ਆ। ਕਈ ਲਫ਼ਜ਼ ਇਦਾਂ ਦੇ ਜਿਹੜੇ ਉਹ ਬੋਲਦੇ ਆ। ਤੇ ਇਹ ਤਾਂ ਇੱਕ ਇਦਾਂ ਦੀ ਚੀਜ਼ ਹੈ ਜਿਹਨੂੰ ਸੰਭਾਲਿਆ ਜਾਣਾ ਚਾਹੀਦਾ, ਪ੍ਰੋਪਰ ਉਸੇ ਰੂਪ ਦੇ ਵਿੱਚ ਸੰਭਾਲਿਆ ਜਾਣਾ ਚਾਹੀਦਾ। ਫਿਰ ਇਹਨਾਂ ਦੇ ਪਹਿਰਾਵੇ ਵਾਲੇ ਪਾਸੇ ਇੱਥੋਂ ਦੇ ਜਿਹੜੇ ਰਸਮੋ ਰਿਵਾਜ ਜਿਵੇਂ ਗੜਬੜੇ ਵਗੈਰਾ ਨੇ, ਉਹ ਇੱਥੇ ਪੁਆਧ ਦਾ ਹੀ ਜਿਹੜਾ ਹੈਗਾ ਰਿਵਾਜ ਹੈ, ਤੇ ਉਹ ਹੁਣ ਕਿਤੇ ਹੋਰ ਨਜ਼ਰ ਨਹੀਂ ਆਉਣਾ ਜਾਂ ਦੇਖਣਾ। ਇੱਕ ਇੱਥੋਂ ਦਾ ਲੋਕ ਗੀਤ ਦੀਆਂ ਲਾਈਨਾਂ ਨੇ ਮੈਨੂੰ ਬੜਾ ਉਹ ਕਰਦੀਆਂ ਨੇ, ਭਾਬੀ ਕਾਕੀ ਬਣਵਾਵਾਂ ਮੈਂ ਹਮੇਲ ਰੁਪਈਆ ਹੋ ਗਿਆ ਕਾਗਜ਼ ਕਾ। ਤੇ ਦੁਬਾਰਾ ਮਤਲਬ ਕਿ ਉਹ ਜਦੋਂ ਚਾਂਦੀ ਦੇ ਰੁਪਈਆਂ ਤੋਂ ਕਾਗਜ਼ ਦੇ ਰੁਪਈਏ ਚੱਲ ਪਏ, ਕਿਉਂਕਿ ਹਮੇਲਾਂ ਆਪਾਂ ਨੂੰ ਪਤਾ ਹੈ ਕਿ ਇਹੋ ਜਿਹਾ ਗਹਿਣਾ ਚਾਂਦੀ ਦੇ ਰੁਪਈਆਂ ਨੂੰ ਕੁੰਡੇ ਲਾ ਕੇ ਤੇ ਫੀਤਾ ਗਲ ਕਾਲੇ ਫੀਤੇ 'ਚ ਗਲ 'ਚ ਪਾਈਆਂ, ਉਹਨੂੰ ਹਮੇਲਾਂ ਕਹਿੰਦੇ ਸੀ। ਉਹ ਫਿਰ ਦਿਓਰ ਨੂੰ ਕਿਤੇ ਭਾਬੀ ਨੇ ਮਿਹਣਾ ਮਾਰਿਆ, ਤੂੰ ਹਮੇਲ ਨਹੀਂ ਕਰਾਉਂਦਾ। ਉਹ ਫਿਰ ਉਹ ਜਵਾਬ ਦਿੰਦਾ, ਭਾਬੀ ਕਾਕੀ ਦਾ ਮਤਲਬ ਕਾਦੀ ਬਣਾਵਾਂ, ਭਾਬੀ ਕਾਕੀ ਬਣਾਵਾਂ ਮੈਂ ਹਮੇਲ ਰੁਪਈਆ ਹੋਇਆ ਕਾਜ਼ਕ ਕਾ। ਉਹ ਕਾਗਜ਼ ਨੂੰ ਵੀ ਕਾਜ਼ਕ ਆਪਣੇ ਤਰੀਕੇ ਨਾਲ ਬੋਲਦੇ, ਕਾਜ਼ਕ, ਹਾਂ ਰੁਪਈਆ ਹੋ ਗਿਆ ਕਾਜ਼ਕ ਕਾ। ਮਤਲਬ ਕਿ ਹੁਣ ਉਹ ਜਿਹੜਾ ਇਹ ਜਿਹੜਾ ਇੱਕ ਭਾਸ਼ਾ ਦਾ ਜਿਹਨੂੰ ਆਪਾਂ ਕਹਿੰਦੇ ਇੱਕ ਵੱਖਰਾ ਇੱਕ ਟੇਸਟ ਹੈ, ਇੱਕ ਵੱਖਰਾ ਸਵਾਦ ਹੈ, ਇੱਕ ਵੱਖਰਾ ਫਲੇਵਰ ਹੈ, ਤੇ ਉਹ ਫਿਰ ਸਾਡੇ ਜਦੋਂ ਵਿੱਚ ਇਹਦੇ 'ਚ ਵਿਗਾੜ ਪਾ ਜਾਂਦਾ, ਨਹੀਂ ਮਿਲਦਾ। ਪੁਆਧੀ ਤੇ ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰੀਏ ਡੋਗਰੀ ਦੀ, ਡੋਗਰੀ ਪਹਾੜੀ ਭਾਸ਼ਾ ਵੀ ਪੰਜਾਬੀ ਦੇ ਕਾਫੀ ਨੇੜੇ ਆ। ਨਹੀਂ, ਪੰਜਾਬੀ ਅਸਲ ਦੇ ਵਿੱਚ ਜਦੋਂ ਆਪਾਂ ਇਦਾਂ ਵੰਡੀਆਂ ਪਾਉਣ ਲੱਗ ਜਾਂਦੇ ਫਿਰ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ, ਕਿਉਂਕਿ ਪੰਜਾਬ ਬਹੁਤ ਵੱਡਾ ਸੀ, ਜੰਮੂ ਪੰਜਾਬ ਦਾ ਹਿੱਸਾ ਰਿਹਾ। ਜੰਮੂ ਪਠਾਨਕੋਟ ਤੇ ਪੋਠੋਹਾਰੀ ਜਿਹੜਾ ਹੇਠਲਾ ਪਰਲਾ ਪਾਕਿਸਤਾਨ 'ਚ ਪਿੱਛੇ ਚਲਾ ਗਿਆ, ਇਹ ਸਾਰੀ ਭਾਸ਼ਾ ਸੀ। ਕਿਤੇ ਉਹਨੂੰ ਪੋਠੋਹਾਰੀ ਕਹਿੰਦੇ ਆ, ਡੋਗਰੀ ਕਹਿ ਦਿੰਦੇ ਆ। ਡੋਗਰੀ ਇੰਡੀਪੈਂਡੈਂਟ ਇਸ ਕਰਕੇ ਹੋ ਗਈ ਕਿ ਲੰਬਾ ਸਮਾਂ ਜਿਹੜੀ ਜੰਮੂ ਜਿਹੜੀ ਰਿਆਸਤ ਸੀ ਉਹ ਇੰਡੀਪੈਂਡੈਂਟ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ
ਬਾਅਦ ਕੀ ਉਹਨਾਂ ਦੇ ਵੇਲੇ ਹੀ ਉਹਨਾਂ ਨੇ ਵੰਡ ਕੇ ਦੇ ਦਿੱਤੇ ਸੀ ਗੁਲਾਬ ਸਿੰਘ ਹੋਰਾਂ ਨੂੰ। ਤੇ ਉਸ ਤੋਂ ਬਾਅਦ ਉੱਥੇ ਡਿਵੈਲਪ ਹੋਈ ਭਾਸ਼ਾ ਜੀ। ਤੇ ਲਫ਼ਜ਼ ਭਾਵੇਂ ਉਹੀ ਹੋਣ, ਸਾਰਾ ਕੁਝ ਲਫ਼ਜ਼ ਤਾਂ ਸਾਡੇ ਹਿੰਦੀ ਨਾਲ ਬਹੁਤੇ ਮਿਲਦੇ ਜੁਲਦੇ ਆ, ਤੇ ਪਰ ਕਿਉਂਕਿ ਉਹ ਇੱਕ ਭਾਸ਼ਾ ਇੱਕ ਵੱਖਰੀ ਉਹਨਾਂ ਦਾ ਇੰਡੀਪੈਂਡੈਂਟ ਜਿਹੜਾ ਹੈਗਾ ਡਿਸਪਲਿਨ ਹੈ, ਪੰਜਾਬੀ ਦਾ ਵੱਖਰਾ ਡਿਸਪਲਿਨ, ਐਵੇਂ ਡੋਗਰੀ ਦਾ ਵੱਖਰਾ ਡਿਸਪਲਿਨ ਹੈ, ਪਰ ਲਫ਼ਜ਼ ਜਿਹੜੇ ਆ ਸਾਰੇ ਮਿਲਦੇ ਆ, ਐਕਸੈਂਟ ਬਹੁਤ ਮਿਲਦਾ ਹੈ। ਬਿਲਕੁਲ। ਤੇ ਇੱਕ ਚੰਦ ਸ਼ਬਦਾਂ ਦੇ ਵਿੱਚ, ਕਿਉਂਕਿ ਸਮਾਂ ਬਿਲਕੁਲ ਥੋੜਾ ਰਹਿ ਗਿਆ ਆਪਣੇ ਕੋਲੇ, ਬਾਬੂ ਸਿੰਘ ਮਾਨ ਹੋਰਾਂ ਦੇ ਚੋਣਵੇਂ ਗੀਤਾਂ ਬਾਰੇ ਦੱਸ ਦਿਓ, ਜਿਹੜੀ ਤੁਸੀਂ ਕਿਤਾਬ ਦੀ ਸੰਪਾਦਨਾ ਕੀਤੀ ਆ। ਇਹ ਅਸਲ ਦੇ ਵਿੱਚ ਆਦਮ ਜੀ ਜਿਹੜੀ ਇਹਦੀ ਸੰਪਾਦਨਾ ਦਾ ਵੀ ਸਬਬ ਇਦਾਂ ਬਣਿਆ ਵੀ ਮੈਂ ਦੋ ਗੀਤਕਾਰਾਂ ਦਾ ਮੈਂ ਬੜਾ ਫੈਨ ਰਿਹਾ, ਮੈਂ ਬਹੁਤ ਸੁਣਦਾ ਰਿਹਾ ਜੀ, ਬਾਬੂ ਸਿੰਘ ਮਾਨ ਮਰਾੜਾਂ ਵਾਲਾ ਤੇ ਦੇਵ ਤਰੀਕਿਆਂ ਵਾਲਾ। ਹਾਲਾਂਕਿ ਗੀਤਕਾਰ ਪੰਜਾਬੀ ਦੇ ਭਾਵੇਂ ਦਦਾਰ ਸੰਧੂ ਸੀ ਜਾਂ ਹੋਰ ਵੀ ਹੋਏ, ਗੁਰਦੇਵ ਸਿੰਘ ਮਾਨ ਵੀ ਹੋਇਆ ਜਾਂ ਹੋਰ ਉਸ ਤੋਂ ਪਹਿਲਾਂ ਵੀ ਹੋਏ, ਪਰ ਬਾਬੂ ਸਿੰਘ ਮਾਨ ਦਾ ਇਸ ਕਰਕੇ ਰਿਹਾ ਕਿ ਤਾਂ ਮੈਂ ਖੁਦ ਮਾਲਵੇ ਦਾ ਸੀ ਜੀ, ਤੇ ਦੂਜਾ ਮਾਲਵੇ ਦੇ ਵਿੱਚ ਬਾਬੂ ਸਿੰਘ ਮਾਨ ਨੇ ਜਿਹੜਾ ਸਾਡਾ ਮਲਵਈ ਮੁਹਾਵਰਾ ਸੀ ਉਹਨੂੰ ਗੀਤਾਂ 'ਚ ਕਿਵੇਂ ਢਾਲਿਆ ਜੀ, ਤੇ ਨਵਾਂ ਮੁਹਾਵਰਾ ਉੱਥੇ ਕਿਵੇਂ ਸਿਰਜਿਆ। ਤੇ ਇਹ ਇੱਕ ਬਹੁਤ ਵੱਡੀ ਮੈਨੂੰ ਗੱਲ ਲੱਗੀ ਗੀਤਾਂ ਦੇ ਵਿੱਚ, ਕਿਉਂਕਿ ਮੈਨੂੰ ਮੂੰਹ ਜ਼ਬਾਨੀ ਇੰਨੇ ਗੀਤ ਯਾਦ ਸੀ, ਅਸੀਂ ਬਚਪਨ ਤੋਂ ਸੁਣਦੇ ਰਹੇ ਹਾਂ। ਬਚਪਨ ਤੋਂ ਹੀ ਜਦੋਂ ਵਿਆਹਾਂ ਦੇ ਵਿੱਚ ਲਾਊਡ ਸਪੀਕਰ ਲੱਗਦੇ ਸੀ ਕੋਠਿਆਂ ਤੇ, ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ ਨੇ ਗਾਇਆ ਬਾਬੂ ਸਿੰਘ ਮਾਨ ਵਾਹਦ ਇੱਕ ਇਹੋ ਜਿਹਾ ਰਾਈਟਰ ਹੈ ਜਿਹੜਾ ਜਿਹਨੇ ਮੈਂ ਕਹਿੰਦਾ ਹੁੰਦਾ ਕਿ 6 ਸਦੀਆਂ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ, ਹੁਣ ਵੀ ਲਿਖ ਰਹੇ ਨੇ, ਫਿਲਮਾਂ ਲਈ ਇਹਨਾਂ ਨੇ ਲਿਖਿਆ, ਹਾਂ 6 ਦਹਾਕੇ ਰਾਜ ਕੀਤਾ, ਸਦੀਆਂ ਵੀ ਕਰਦੇ ਰਹਿਣਗੇ ਖੈਰ। ਤੇ ਇਹ ਇੱਕ 5-6 ਪੀੜ੍ਹੀਆਂ ਕਹਿ ਸਕਦੇ ਹੋ ਤੁਸੀਂ, 5-6 ਪੀੜ੍ਹੀਆਂ ਬਿਲਕੁਲ। ਤੇ ਹੁਣ ਵੀ ਦੇਖੋ, ਹੁਣ ਫਿਲਮਾਂ ਲਈ ਅੱਜ ਵੀ ਲਿਖ ਰਹੇ ਨੇ, ਹੁਣ ਹਰਭਜਨ ਮਾਨ ਇਹਨਾਂ ਨੂੰ ਗਾ ਰਹੇ ਨੇ ਜੀ ਜੀ। ਤੇ ਬਿਲਕੁਲ ਜਦੋਂ ਕੁਝ ਵੀ ਸੱਭਿਆਚਾਰ ਦੇ ਵਿੱਚ ਕੁਝ ਨਵਾਂ ਆਇਆ, ਨਵਾਂ ਤੌਰ ਤਰੀਕਾ ਆਇਆ, ਇਹਨਾਂ ਨੇ ਉਹਨਾਂ ਨੂੰ ਫੜ ਕੇ ਉਸ ਗੱਲਾਂ ਨੂੰ ਫੜਿਆ ਤੇ ਉਹਦੇ 'ਚੋਂ ਇੱਕ ਮੁਹਾਵਰਾ ਸਿਰਜਣ ਦੀ ਕੋਸ਼ਿਸ਼ ਕੀਤੀ। ਤੇ ਤਾਂ ਕਰਕੇ ਕਿਉਂਕਿ ਇਹਨਾਂ ਦੇ ਗੀਤ ਲਿਖਤ ਦੇ ਵਿੱਚ ਸੀਗੇ, ਪਹਿਲਾਂ ਕਿਤਾਬਾਂ ਉਹ ਖੁਦ ਆਪ ਦੱਸਦੇ ਨੇ ਮਾਨ ਸਾਹਿਬ ਕਿ ਲੋਕਾਂ ਨੇ ਇਦਾਂ ਸਪੀਕਰਾਂ ਤੋਂ ਸੁਣ ਕੇ ਕਿਤਾਬਾਂ ਛਪਵਾਤੀਆਂ, ਲਿਖਤੀਆਂ ਛੋਟੀਆਂ, ਵੀ ਜੇ ਕਿਤੇ 4 ਵਾਰੀ ਲਾਈਨ ਰਿਪੀਟ ਹੋਈ ਉਹਨੇ ਕਿਤਾਬ 'ਚ ਵੀ 4 ਵਾਰੀ ਲਿਖਤੀ। ਤੇ ਉਹ ਖੁਦ ਉਹਨਾਂ ਦੇ ਨਾਲ ਮੈਂ ਉਹਨਾਂ ਦੀ ਰਾਏ ਲੈ ਕੇ ਮਿਲ ਕੇ ਵੀ ਕਿਹੜੇ ਗੀਤ ਆਉਣੇ ਚਾਹੀਦੇ ਨੇ, ਤੁਸੀਂ ਉਹਨਾਂ ਦੀ ਸਲਾਹ ਨਾਲ ਹੀ ਲਿਖੀ? ਸਲਾਹ ਨਾਲ। ਪਹਿਲਾਂ ਮੇਰੀ ਸੀ ਕਿ ਇਹਨੂੰ ਇੱਕ ਸੈਗਮੈਂਟ ਵਾਈਜ਼ ਵੰਡਿਆ ਜਾਵੇ, ਧਾਰਮਿਕ ਗੀਤ ਅੱਡ ਕੀਤੇ ਜਾਣ, ਲੋਕ ਥਾਵਾਂ, ਫਿਰ ਉਹ ਕਹਿੰਦੇ ਵੀ ਨਹੀਂ ਇਹ ਮਿਕਸ ਛਾਪੋ ਸਾਰੇ। ਤੇ ਇਸ ਕਰਕੇ ਜਿਹੜੇ ਹੁਣ ਤੱਕ ਦੇ ਗੀਤ ਨੇ ਉਹਨਾਂ ਇਹਦੇ ਵਿੱਚ ਪੁਰਾਣੇ ਤੋਂ ਲੈ ਕੇ ਤੇ ਸਾਰੇ ਤੁਹਾਨੂੰ ਮਿਲ ਜਾਣਗੇ। ਪ੍ਰੀਤਮ ਸਿੰਘ ਰੁਪਾਲ ਜੀ, ਗੱਲਾਂ ਬਹੁਤ ਨੇ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਜਾ ਸਕਦੀਆਂ ਨੇ। ਕੋਸ਼ਿਸ਼ ਆਪਣੀ ਇਹ ਰਹੀ ਹੈ ਪੱਤਰਕਾਰਤਾ ਤੋਂ ਪਾਸੇ ਹਟ ਕੇ ਸਾਹਿਤ ਦੀ ਤੰਦ ਹੀ ਪਾਈਏ, ਤੇ ਕਿੰਨੇ ਕਾਮਯਾਬ ਹੋਏ ਆ ਇਹ ਦਰਸ਼ਕ ਦੱਸਣਗੇ। ਪਰ ਤੁਸੀਂ ਅੱਜ ਸਾਡੇ ਵਿਹੜੇ ਆਏ ਹੋ, ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਅੱਜ ਦੇ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਇੰਨਾ ਹੀ। ਕਿਵੇਂ ਲੱਗਿਆ ਪ੍ਰੋਗਰਾਮ ਤੁਸੀਂ info@justbroadcasting.com ਤੇ ਲਿਖ ਕੇ ਸਾਨੂੰ ਭੇਜ ਸਕਦੇ ਹੋ। ਸੋ ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।